ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ ਤੇ ਪ੍ਰੋਗਰਾਮ ਹੈ ਕੋਲ ਬਹਿ ਕੇ ਸੁਣ ਸੱਜਣਾ। ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸਾਨੂੰ ਪੰਜਾਬ ਦੀਆਂ ਪੁਰਾਣੀਆਂ ਪੰਜਾਬ ਦੇ ਗਾਇਕਾਂ ਦੀਆਂ ਪੰਜਾਬੀ ਦੀਆਂ ਗੱਲਾਂ ਸੁਣਾਉਣ ਲਈ ਸਾਡੇ ਨਾਲ ਹਾਜ਼ਰ ਨੇ ਸਾਡੇ ਮਹਾਨ ਕਲਾਕਾਰ ਵੀ, ਲੇਖਕ ਵੀ ਤੇ ਬਹੁਤ ਅਦਬੀ ਪੰਜਾਬੀ ਵੀ। ਆਪਾਂ ਇਹਨਾਂ ਨੂੰ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ। ਅਮਰਤ ਘੁਗਿਆਣਵੀ ਜੀ, ਕੀ ਹਾਲ ਚਾਲ ਨੇ? ਵਧੀਆ। ਅੱਜ ਬੜਾ ਮਜ਼ੇਦਾਰ ਐਪੀਸੋਡ ਆ ਸਾਡਾ। ਜਿਹੜਾ ਕਿੱਸਾ ਆ ਅੱਜ ਦਾ ਬਹੁਤ ਕਮਾਲ ਦਾ ਆ। ਮੈਨੂੰ ਬਹੁਤ ਚੰਗਾ ਲੱਗਦਾ ਕਿ ਆਪਾਂ ਇੱਕ ਇਹੋ ਜਿਹੇ ਸ਼ਖਸ ਬਾਰੇ ਗੱਲ ਕਰਨੀ ਆ ਜਿਹੜਾ ਕਿਸੇ ਨੂੰ ਨਹੀਂ ਸੀ ਜਾਣਦਾ। ਬੜੀ ਵੱਡੀ ਸ਼ਖਸੀਅਤ, ਬਹੁਤ ਵੱਡੀ ਸ਼ਖਸੀਅਤ ਸੀ ਉਹ, ਪਰ ਉਹ ਆਪਣੇ ਦੌਰ ਦੇ, ਆਪਣੇ ਹੋ ਚੁੱਕੇ ਦੌਰ ਦੇ ਜਾਂ ਆਉਣ ਵਾਲੇ ਦੌਰ ਦੇ ਵੱਡੇ ਲੋਕਾਂ ਨੂੰ ਨਹੀਂ ਸੀ ਜਾਣਦਾ। ਪਰ ਮਜ਼ੇ ਦੀ ਗੱਲ ਆ ਕਿ ਉਹਨੂੰ ਸਾਰੇ ਜਾਣਦੇ ਸੀ। ਉਹ ਪੜ੍ਹਿਆ ਲਿਖਿਆ ਨਹੀਂ ਸੀ, ਦੁਨਿਆਵੀ ਚੀਜ਼ਾਂ ਨਾਲ ਉਹਦਾ ਕੋਈ ਵਾਹ ਵਾਸਤਾ ਨਹੀਂ ਸੀ। ਇੰਨਾ ਕੁ ਉਹ ਸੀਗਾ, ਉਹਦੀ ਜਿਹੜੀ ਫੈਮਿਲੀ ਬੈਕਗਰਾਊਂਡ ਆ, ਉਹਦਾ ਜਿਹੜਾ ਪਰਿਵਾਰਕ ਪਿਛੋਕੜ ਆ, ਉਹ ਇਹੋ ਜਿਹਾ ਸੀ ਕਿ ਉਹਦੇ ਘਰਦਿਆਂ ਨੂੰ ਵੀ ਉਹਦੀ ਜਨਮ ਤਰੀਕ ਤੱਕ ਨਹੀਂ ਸੀ ਪਤਾ। ਜਿਹੜੀ ਇਹ ਸ਼ਖਸੀਅਤ ਦੀ ਆਪਾਂ ਗੱਲ ਕਰਨੀ ਹੈ ਜੀ, ਬੜੀ ਵੱਡੀ ਸ਼ਖਸੀਅਤ, ਬਹੁਤ ਵੱਡੀ ਸ਼ਖਸੀਅਤ ਹੋਈ ਹੈ ਜੀ। ਔਰ ਤੁਸੀਂ ਪੜ੍ਹੇ ਲਿਖੇ ਦੀ ਗੱਲ ਕੀਤੀ, ਉਹਦੇ ਵਿਚਾਰ ਪੜ੍ਹਾਈ ਬਾਰੇ, ਲਿਖਾਈ ਬਾਰੇ ਬੜੇ ਉੱਤਮ ਤੇ ਵਿਲੱਖਣ ਸਨ ਜੀ। ਜਦੋਂ ਇੱਕ ਪੱਤਰਕਾਰ ਉਹਨਾਂ ਨੂੰ ਪੁੱਛਦਾ ਕਿ ਆਪਣੇ ਬਾਰੇ ਦੱਸੋ, ਤੇ ਉਹ ਐਂ ਕਹਿੰਦੀ ਆ ਕਿ ਮੈਂ ਤੇ ਖੱਦਰ ਸੀ, ਮੈਂ ਤੇ ਖੱਦਰ ਸੀ, ਤੁਸੀਂ ਲੋਕਾਂ ਨੇ ਮੈਨੂੰ ਰੇਸ਼ਮ ਬਣਾ ਦਿੱਤਾ। ਤੇ ਉਸ ਰੇਸ਼ਮ ਦੀ ਅਸੀਂ ਗੱਲ ਕਰਨੀ ਆ। ਤੇ ਅਸੀਂ ਗੱਲ ਕਰਨੀ ਆ ਭਾਰਤ ਵਿੱਚ ਜੰਮੀ ਤੇ ਪਾਕਿਸਤਾਨ ਵਿੱਚ ਮਕਬੂਲ ਹੋਈ, ਸਾਰੀ ਦੁਨੀਆ ਨੇ ਉਸ ਦੇ ਗਾਣੇ ਸੁਣੇ। ਤੇ ਆਪਾਂ ਗੱਲ ਕਰਦੇ ਹਾਂ ਰੇਸ਼ਮਾਂ ਦੀ। ਰੇਸ਼ਮਾਂ ਦੀ। ਤੇ ਮਨ ਇੱਕ ਵਾਰੀ ਖੜ ਜਾਂਦਾ ਜਦੋਂ ਅਸੀਂ ਉਹ ਹੀਰੋ ਫਿਲਮ ਦਾ ਗੀਤ ਯਾਦ ਕਰਦੇ ਹਾਂ। ਤੇ ਸਾਨੂੰ ਹੁਣ ਤੁਸੀਂ ਉਹਦੀਆਂ ਗੱਲਾਂ ਸੁਣਾਓ, ਉਹਨਾਂ ਕਲਾਕਾਰਾਂ ਦੀਆਂ, ਤੇ ਉਸ ਵੇਲੇ 'ਚ ਦੁਬਾਰਾ ਲਿਜਾਓ ਆਪਣੇ ਹੁਣ ਦੇ ਦਰਸ਼ਕਾਂ ਨੂੰ ਵੀ, ਤੇ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਵੀ ਕੁਝ ਰੇਸ਼ਮਾਂ ਬਾਰੇ ਦੱਸੀਏ। ਅਮਰਤ, ਜਿਹੜੇ ਫਨਕਾਰ ਆ ਜੀ, ਇਹ ਕਿਸੇ ਇੱਕ ਮੁਲਕ ਦੇ ਜਾਂ ਹੱਦ ਬੰਨੇ ਦੇ ਜਾਂ ਜਾਤ ਪਾਤ, ਵੱਟ ਵਖਰੇਵਾਂ, ਇਹਦੇ ਮੁਤਾਜ ਨਹੀਂ ਹੁੰਦੇ ਜੀ। ਇਹ ਸਾਂਝੇ ਹੁੰਦੇ ਆ, ਕਿਉਂਕਿ ਇਹ ਕਿਸੇ ਇੱਕ ਮੁਲਕ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਨਹੀਂ ਕਰਦੇ। ਇਹ ਸਮੁੱਚੇ ਵਰਗ ਦੇ ਲੋਕਾਂ 'ਤੇ, ਦੂਰ ਦੁਨੀਆ 'ਚ ਬੈਠੇ ਲੋਕਾਂ ਦੇ ਮਨਾਂ 'ਤੇ ਰਾਜ ਕਰਦੇ ਆ ਜੀ। ਔਰ ਇਸ ਕਰਕੇ ਜੇ ਅਮਰੀਕਾ 'ਚ ਉਹਨੂੰ ਸੁਣਿਆ ਜਾ ਰਿਹਾ, ਪਾਕਿਸਤਾਨ 'ਚ ਵੀ, ਅਤੇ ਇੱਧਰਲੇ ਪੰਜਾਬ 'ਚ ਵੀ, ਅਤੇ ਉੱਧਰਲੇ ਪੰਜਾਬ 'ਚ ਵੀ, ਤਾਂ ਤੁਸੀਂ ਆਪ ਹੀ ਸਮਝੋ ਕਿ ਉਹ ਸਾਰੀ ਮਨੁੱਖਤਾ ਦਾ ਇੱਕ ਸਾਂਝਾ ਫਨਕਾਰ ਹੈ ਜੀ। ਤੋ ਰੇਸ਼ਮਾ ਨਾਲ ਵੀ ਇੱਕ ਨਹੀਂ ਹੋਈ। ਉਹਨੇ ਲੋਕਾਂ ਨੂੰ ਪਿਆਰ ਕੀਤਾ, ਲੁਕਾਈ ਨੇ ਵੀ ਕੋਈ ਕਸਰ ਨਹੀਂ ਛੱਡੀ। ਬਾਕੀ ਬਹੁਤ ਬੇਪਨਾਹ ਮੁਹੱਬਤ ਨਾਲ ਉਹਨੂੰ ਨਵਾਜ਼ਿਆ ਜੀ। ਔਰ ਇੰਨਾ ਕੁ ਪਿਆਰ ਦਿੱਤਾ, ਉਹ ਜਿੱਥੇ ਵੀ ਜਾਂਦੀ ਸੀ ਆਪਣੀ ਅਮਿੱਟ ਛਾਪ ਛੱਡ ਆਉਂਦੀ ਸੀ ਜੀ। ਉਹਨੇ ਜਿੱਥੇ ਜਿੱਥੇ ਵੀ ਜਾ ਕੇ ਪੈੜਾਂ ਪਾਈਆਂ, ਜਿੱਥੇ ਵੀ ਗਾਇਆ, ਲੋਕਾਂ ਦੇ ਦਿਲਾਂ 'ਚ ਰਮ ਗਈ, ਲੋਕਾਂ ਦੇ ਦਿਲਾਂ 'ਚ ਵਸ ਗਈ। ਔਰ ਉਹਦੀ ਮਖਮਲੀ ਆਵਾਜ਼, ਜਿਵੇਂ ਗਾਰਗੀ ਸਾਹਿਬ ਲਿਖਦੇ ਆ ਕਿ ਸਿਕਲੀ ਗਰਨੀ ਜਾਪਣ ਲੱਗੀ ਜੀ। ਉਸਦੀ ਆਵਾਜ਼ ਦੇ ਵਿੱਚ ਸੂਈ ਵੇਚਣ ਵਾਲੀਆਂ, ਖੁੱਲ੍ਹੇ ਗਲੇ ਵਾਲੀਆਂ ਔਰਤਾਂ, ਜਿਨ੍ਹਾਂ ਨੂੰ ਬਖਸ਼ਿਸ਼ ਹੁੰਦੀ ਹੈ, ਗॉड ਗਿਫਟਡ, ਕੁਦਰਤ ਵੱਲੋਂ ਨੈਚੁਰਲੀ ਵੋਇਸ ਜੀ, ਉਹਨਾਂ ਦਾ ਜਿਹੜਾ ਪ੍ਰਭਾਵ ਤੇ ਰੰਗ, ਜਦੋਂ ਕਿਤੇ ਅਲਾਪ ਲੈਣਾ ਜੀ, ਤੇ ਫਿਜ਼ਾ ਦੇ ਵਿੱਚ ਦਰਦ ਘੁਲ ਜਾਣਾ, ਇੱਕ ਚੀਸ, ਇੱਕ ਅੰਦਰੋਂ ਉਤਪੰਨ ਹੋਈ ਪੀੜ, ਹਾਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ, ਜੀ, ਰੋਵੇ ਸਪਣੀ ਹੈ, ਨਸ ਗਈ ਸਪਣੀ, ਰੋਵੇ ਸਪੇਰਾ। ਕਿਆ ਬਾਤ ਹੈ ਜੀ। ਤੁਸੀਂ ਬਹੁਤ ਖੂਬਸੂਰਤ ਤਰੀਕੇ ਨਾਲ ਗੱਲ ਦਾ ਆਗਾਜ਼ ਕੀਤਾ ਕਿ ਜਿਹੜਾ ਮਿਊਜ਼ਿਕ ਆ, ਜਿਹੜਾ ਸੰਗੀਤ ਆ, ਉਹਦੀ ਕੋਈ ਹੱਦ ਨਹੀਂ ਹੈਗੀ। ਉਹਨੂੰ ਭਾਸ਼ਾ ਦੀ ਜਾਂ ਧਰਮ ਦੀ ਜਾਂ ਨਸਲ ਦੀ ਕਿਸੇ ਗੱਲ ਨਾਲ ਕੋਈ ਉਹ ਨਹੀਂ ਹੈ ਕਿ ਉਹਨੂੰ ਕੌਣ ਸਮਝਦਾ, ਕੌਣ ਨਹੀਂ ਸਮਝਦਾ। ਉਹਨੂੰ ਜਦੋਂ ਮਨ ਸਮਝਦਾ ਆ ਤੇ ਫਿਰ ਉਹ ਹਿਲੋਰੇ ਲੈਂਦਾ ਆ। ਤੇ ਅਸੀਂ ਗੱਲ ਰੇਸ਼ਮਾਂ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ, ਤੇ ਸਾਨੂੰ ਰੇਸ਼ਮਾਂ ਦੀ ਆਪਾਂ ਸ਼ੁਰੂਆਤੀ ਗੱਲ ਕਰੀਏ ਕਿ ਇਹ ਕਿੱਥੇ ਕਿ ਇਹਨਾਂ ਦਾ ਜਨਮ ਹੋਇਆ ਤੇ ਕਿੱਥੇ ਕਿ ਇਹਨਾਂ ਦਾ ਰਹਿਣ ਬਸੇਰਾ ਸੀ। ਚੁਰੂ ਰਾਜਸਥਾਨ ਦਾ, ਤੇ ਰਤਨਗੜ੍ਹ ਤਹਿਸੀਲ 'ਚ ਲੋਹਾ ਪਿੰਡ ਜੀ। ਤੇ ਜਦੋਂ ਉਹਨੂੰ ਪੱਤਰਕਾਰ ਪੁੱਛਦੇ ਸੀ ਵੀ ਤੇਰੀ ਜਨਮ ਡੇਟ ਕਿੰਨੀ ਹੈ, ਸਾਲ ਕਿੰਨਾ, ਤੇ ਪਤਾ ਹੀ ਨਹੀਂ। ਇਹ ਕਿਉਂ? ਉਦੋਂ ਕਿਹੜਾ ਲਿਖਦੇ ਸੀ ਜੀ, ਉਦੋਂ ਕਿਹੜਾ ਕੋਈ ਨੋਟ ਕਰਕੇ ਰੱਖਦੇ ਸੀ, ਉਦੋਂ ਕਿਹੜਾ ਕੋਈ ਪੱਤਰੀ ਬਣਵਾਉਂਦਾ ਸੀ। ਯਾਨੀ ਅੰਦਾਜ਼ਨ 1947 ਤੋਂ ਪਹਿਲਾਂ ਉਹ ਕਹਿ ਦਿੰਦੀ ਸੀ, ਪਰ 1943 43.5 ਦੇ ਵਿੱਚ ਉਹਦਾ ਜਨਮ ਮਿਲਦਾ ਜੀ। ਔਰ ਇਹਦੇ ਬਾਵਜੂਦ
ਉਹਨੂੰ ਜਿਹੜੀਆਂ ਕਹਾਣੀਆਂ ਸੁਣਾਈਆਂ ਗਈਆਂ ਹਨਾ, ਵੰਡ ਹੋਈ, ਇਧਰੋਂ ਰਾਜਸਥਾਨ ਚੋਂ ਉੱਠ ਕੇ ਉਧਰ ਗਏ, ਕਿਆਮ ਕੀਤਾ, ਹਿਜਰਤ ਹੋਈ। ਉੱਥੇ ਜਾ ਕੇ ਜਦੋਂ ਵੱਡੇ ਵਡੇਰਿਆਂ ਨੇ ਉਹਨੂੰ ਕਹਾਣੀਆਂ ਦੱਸੀਆਂ ਕਿ ਐਕਣ ਐਕਣ ਆਪਣਾ ਕਬੀਲਾ ਸੀ, ਐਕਣ ਐਕਣ ਆਪਣਾ ਵਿਰਾਸਤ ਸੀ ਸਾਡੀ ਵੱਡੀ, ਉਹ ਝੂਰਦੀ ਰਹੀ। ਸੀ ਤਾਂ ਰਾਜਸਥਾਨਣ ਜੀ, ਚਲ ਗਈ ਪਾਕਿਸਤਾਨ, ਜੀ, ਪਰ ਆਪਣੀ ਮਾਂ ਬੋਲੀ ਨੂੰ ਅਖੀਰ ਤਾਈਂ ਉਹਨੇ ਜਿਹੜਾ ਹੈ ਰਾਜਸਥਾਨੀ ਆਖਿਆ। ਜੀ, ਠੀਕ ਹੈ ਨਾ, ਜੀ, ਵੀ ਮੇਰੀ ਜਿਹੜੀ ਮਾਤਰ ਭਾਸ਼ਾ ਹੈ ਉਹ ਮਾਂ ਬੋਲੀ ਮੇਰੀ ਰਾਜਸਥਾਨੀ ਹੈ। ਜੀ। ਬਹੁਤ ਕਿੱਸੇ ਨੇ ਉਹਨਾਂ ਨਾਲ ਜੁੜੇ ਹੋਏ। ਸਾਨੂੰ ਪਹਿਲਾਂ ਇਹ ਦੱਸੋ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਸੀ, ਜਿਹੜੇ ਉਹਨਾਂ ਦੇ ਵੱਡੇ ਵਡੇਰੇ ਸੀ, ਉਹ ਕੀ ਕਾਰੋਬਾਰ ਕਰਦੇ ਸੀ ਤੇ ਕਿੱਥੇ ਰਹਿੰਦੇ ਸੀ? ਪਿਤਾ ਪਹਿਲਵਾਨ ਸੀ। ਅੱਛਾ ਜੀ। ਤੇ ਪਰ ਇਹਦੇ ਬਾਵਜੂਦ ਇਹ ਪਸ਼ੂ ਵੇਚਣ ਦਾ ਧੰਦਾ ਕਰਦੇ। ਜੀ। ਔਰ ਇੱਕ ਕਬੀਲਾ ਬਣਿਆ ਤਣਿਆ, ਪਸ਼ੂਆਂ ਦਾ ਕਾਫਲਾ ਤੁਰਦਾ ਹਨਾ, ਤੇ ਖੇਤੋਂ ਖੇਤ, ਜੰਗਲੋਂ ਜੰਗਲ, ਪਿੰਡੋਂ ਪਿੰਡ, ਮੰਡੀਓ ਮੰਡੀ, ਮੰਡੀਆਂ ਚੋਂ ਹੁੰਦਾ ਹੋਇਆ ਪਸ਼ੂ ਵੇਚ ਕੇ ਪਸ਼ੂ ਹੋਰ ਲੈ ਕੇ ਕਬੀਲਾ ਫਿਰ ਅੱਗੇ ਤੁਰ ਪੈਂਦਾ। ਜਿੱਥੇ ਰਾਤ ਪੈ ਜਾਂਦੀ ਉੱਥੇ ਕਿਆਮ ਹੋ ਜਾਂਦਾ, ਉੱਥੇ ਰਾਤ ਕੱਟ ਕੇ ਫਿਰ ਕਬੀਲਾ ਅੱਗੇ ਤੁਰਦਾ। ਜੀ। ਤੇ ਘਰਾਂ ਦੇ ਘਰ ਨਾਲ ਤੁਰਦੇ। ਜੀ। ਤੇ ਇਵੇਂ ਹੀ ਇਹ ਫਿਰ ਨਿੱਕੀ ਜੀ ਜਿਹੜੀ ਬਾਲੜੀ ਸੀ ਰੇਸ਼ਮਾ, ਇਹ ਕਬੀਲੇ ਦੇ ਨਾਲ ਨਾਲ ਬਾਪ ਦੀ ਮਾਂ ਦੀ ਉਂਗਲ ਫੜ ਕੇ ਤੁਰਦੀ ਰਹੀ। ਜੀ। ਤੁਹਾਡੇ ਕਹਿਣ ਦਾ ਮਤਲਬ ਇਹਨਾਂ ਦਾ ਜਿਹੜਾ ਕੰਮ ਸੀ ਉਹ ਪਸ਼ੂ ਵਪਾਰ ਸੀ। ਪਸ਼ੂ ਵਪਾਰ। ਇਧਰੋਂ ਕੁਝ ਖਰੀਦ ਲਿਆ, ਉਹ ਲੈ ਕੇ ਚੱਲਦੇ ਗਏ, ਜਿੱਥੇ ਵਿਕ ਗਿਆ ਉੱਥੋਂ ਕੁਝ ਹੋਰ ਲੈ ਲਿਆ, ਤੇ ਇਦਾਂ ਹੀ ਜਿਹੜਾ ਜੀਵਨ ਸੀ ਉਹ ਯਾਤਰਾ ਹੀ ਸੀ। ਯਾਤਰਾ ਇਹਨਾਂ ਲੋਕਾਂ ਦੇ ਪੈਰਾਂ ਦੇ ਵਿੱਚ ਪਗਡੰਡੀਆਂ, ਪੈਰਾਂ ਦੇ ਵਿੱਚ ਪਹੀਏ, ਪੈਰਾਂ ਦੇ ਵਿੱਚ ਚੱਲ ਸੋ ਚੱਲ। ਜੀ। ਰੁਕਣਾ ਜ਼ਿੰਦਗੀ 'ਚ ਨਾਮ ਨਹੀਂ। ਜੀ। ਚੱਲਦੇ ਰਹਿਣਾ ਹੀ ਇਹਨਾਂ ਲੋਕਾਂ ਦੀ ਜ਼ਿੰਦਗੀ ਸੀ, ਤੁਰੇ ਰਹਿਣਾ ਹੀ। ਜਿੱਥੇ ਰਾਤ ਪੈ ਗਈ ਉੱਥੇ ਰਾਤ ਕੱਟ ਲਈ, ਦਰਖਤ ਆ ਗਏ, ਦਰਖਤਾਂ ਹੇਠ ਸੌਂ ਲਿਆ, ਫਿਰ ਤੁਰ ਪਏ ਪਸ਼ੂਆਂ ਦੇ ਕਾਫਲੇ ਲੈ ਕੇ। ਜੀ। ਉਹਨਾਂ ਕਾਫਲਿਆਂ ਦੇ ਵਿੱਚ ਪਸ਼ੂਆਂ ਦੀਆਂ ਹੋਕਰੇ ਤੇ ਗਲਾਂ 'ਚ ਟੱਲੀਆਂ ਦੀ ਟੁਨਕਾਰ ਦੇ ਵਿੱਚ ਕਿਸੇ ਵੇਲੇ ਰੇਸ਼ਮਾ ਨੂੰ ਜਿਹੜਾ ਹੈ ਸੰਗੀਤ ਨੇ ਟੁੰਬਿਆ ਹੋਣਾ। ਜੀ। ਤੇ ਉਹ ਜਿਹੜੀ ਹੈ ਐਡੀ ਵੱਡੀ ਫਨਕਾਰਾ ਬਣ ਕੇ ਬਿਲਕੁਲ। ਜਦੋਂ ਜੰਮੀ ਹੈ ਜੀ, ਬੜੀ ਰੋਈ। ਔਰ ਜਨਮ ਵੀ ਜਿਹੜਾ ਉਹ ਕਾਫਲੇ 'ਚ ਹੋਇਆ। ਜੀ। ਕਾਫਲਾ ਜਾ ਰਿਹਾ, ਜੰਮੀ ਤੇ ਬਹੁਤ ਰੋਈ। ਤੇ ਉਹ ਕਹਿਣ ਚੁੱਪ ਨਹੀਂ ਕਰਦੀ ਰੋਣ, ਤੀਵੀਆਂ ਕਹਿਣ ਫਿਕਰ ਪੈ ਗਿਆ ਵੀ ਨਿਆਣੀ ਜੰਮਦੀ ਇੰਨਾ ਰੋਣ ਲੱਗ ਗਈ ਹੈ, ਕੀ ਹੋ ਗਿਆ। ਤੇ ਇਹ ਕੀ ਪਤਾ ਸੀ ਕਿ ਇਹ ਜਿਹੜਾ ਇਹਦੇ ਗਲੇ ਦਾ ਰੋਣ, ਇਹ ਇੱਕ ਦਿਨ ਲੋਕਾਂ ਦੇ ਮਨਾਂ ਤੇ ਏਡੀ ਇਹਦੀ ਆਵਾਜ਼ ਛਾ ਜਾਏਗੀ, ਏਡੀ ਵੱਡੀ ਫਨਕਾਰਾ ਬਣ ਜਾਏਗੀ। ਇਦਾਂ ਤਾਂ ਨਹੀਂ ਸੀ ਕਿ ਜੰਮਦੀ ਸੁਰ ਸੂਤ ਕਰਨ ਲੱਗ ਗਈ ਸੀ? ਇਹ ਕਹਿ ਸਕਦੇ ਇਹਨਾਂ ਕੁਦਰਤੀ ਹੁੰਦਾ ਹੈ ਕਿ ਜਿਹੜੇ ਇਦਾਂ ਦੇ ਫਨਕਾਰ ਹੁੰਦੇ ਨਾ ਨੈਚੁਰਲੀ, ਜਿਹੜੇ ਵਰੋਸਾਏ ਕੁਦਰਤ ਦੇ, ਜੀ, ਉਹਨਾਂ ਨੂੰ ਆਵਾਜ਼ਾਂ, ਉਹਨਾਂ ਨੂੰ ਸੁਰਾਂ, ਉਹਨਾਂ ਨੂੰ ਗਾਇਕੀ ਦਾ ਇਲਹਾਮ, ਇਹਦੇ ਵਾਸਤੇ ਬਹੁਤ ਤਰੱਦਦ ਨਹੀਂ ਕਰਨਾ ਪੈਂਦਾ, ਉਹ ਕੁਦਰਤੀ ਹੁੰਦਾ। ਜੀ। ਤੇ ਫਿਰ ਇਹਨਾਂ ਨੇ ਐਵੇਂ ਘੁੰਮਦਿਆਂ ਘੁੰਮਦਿਆਂ ਜਿਹੜਾ ਗਾਇਕੀ ਦਾ ਸਫ਼ਰ ਸੀ ਉਹ ਕਿਵੇਂ ਸ਼ੁਰੂ ਕੀਤਾ, ਤੇ ਕਿਵੇਂ ਇਹਨਾਂ ਨੂੰ ਗਾਇਕੀ ਦੀ ਚਟਕ ਲੱਗੀ, ਤੇ ਕਿੱਦਾਂ ਰੇਸ਼ਮਾ ਬੀਬੀ ਗਾਉਣ ਲੱਗ ਗਈ? ਫਿਰ ਇੱਕ ਵਾਰੀ ਇੰਟਰਵਿਊ ਸੁਣ ਰਿਹਾ ਸੀ ਮੈਂ, ਤਾਂ ਕਹਿੰਦੀ ਵੀ ਐਂ ਹੀ ਟਿੱਬਿਆਂ ਦੇ ਉੱਤੇ ਕਿਆਮ ਤੇ ਰਾਤਾਂ ਨੂੰ ਤਾਰੇ, ਆਕਾਸ਼ 'ਚ ਠੰਡੇ ਟਿੱਬੇ, ਜਦੋਂ ਅੱਧੀ ਰਾਤ ਨੂੰ ਟਿੱਬੇ ਠਰ ਜਾਂਦੇ ਆ ਗਰਮੀਆਂ ਦੀ ਰੁੱਤੇ ਜੀ, ਤੇ ਉਦੋਂ ਤਾਰਿਆਂ ਵਾਲੀ ਵੇਖ ਕੇ ਹੀ ਕਦੇ ਕੋਈ ਸੁਰ ਉਤਪੰਨ ਹੋਈ। ਔਰ ਸੁਰ ਐਸੀ ਉਤਪੰਨ ਹੋਈ ਕਿ ਉਸ ਸੁਰ ਨੇ ਉਹਨੂੰ ਲਗਾਤਾਰ ਜਿਹੜਾ ਸੀ ਗਾਉਣੇ ਵੱਲ ਆਕਰਸ਼ਿਤ ਕਰੀ ਰੱਖਿਆ, ਤੇ ਉਹ ਲਗਾਤਾਰ ਜਿਹੜਾ ਹੈ ਗਾਉਣ ਲੱਗੀ, ਆਪਣੇ ਆਪ ਅਭਿਆਸ ਹੋਣ ਲੱਗਿਆ। ਔਰ ਕਬੀਲੇ ਦੇ ਵਿੱਚ ਕੋਈ ਉਸਤਾਦ ਨਹੀਂ ਸੀ ਜਿਹੜਾ ਉਹਨੂੰ ਸਿਖਾ ਸਕਦਾ, ਤੇ ਕਬੀਲਾ ਵੀ ਇਹਨਾਂ ਗੱਲਾਂ ਨੂੰ ਕੋਈ ਬਹੁਤੀ ਮਾਨਤਾ ਜਾਂ ਮਹੱਤਤਾ ਨਹੀਂ ਸੀ ਦਿੰਦਾ ਕਿ ਕੋਈ ਕੁੜੀ ਜਿਹੜੀ ਉਹਨਾਂ ਦੀ ਉਹ ਗਾਉਂਦੀ ਫਿਰੇ। ਜੀ। ਪਰ ਰੇਸ਼ਮਾ ਨੂੰ ਕੁਦਰਤ ਨੇ ਇੱਕ ਕੰਠ ਦਿੱਤਾ, ਇੱਕ ਮਧੁਰ ਗਲਾ ਦਿੱਤਾ ਕਿ ਤੂੰ ਇਹ ਕਬੀਲੇ ਦੀ ਮੁਹਤਾਜ ਨਾ ਹੋ ਕੇ ਪਤਾ ਨਹੀਂ ਦੁਨੀਆ ਭਰ ਦੇ ਕਿੰਨੇ ਕਬੀਲਿਆਂ ਦੇ ਦਿਲਾਂ ਦੀ ਰਾਣੀ ਬਣ ਜਾਏਗੀ। ਜੀ। ਤੇ ਉਸ ਕਬੀਲੇ ਦੀ ਕੁੜੀ ਕਿੰਨੇ ਲੋਕਾਂ ਦੇ ਦਿਲਾਂ ਦੀ ਰਾਣੀ ਬਣੀ। ਜੀ। ਜਿਵੇਂ ਉਹਨਾਂ ਦੀ ਜ਼ਿੰਦਗੀ 'ਚ ਕੋਈ ਬੰਧਨ ਨਹੀਂ ਸੀ, ਤੁਰਦੇ ਰਹਿਣਾ, ਘੁੰਮੀ ਜਾਣਾ, ਕਿਸੇ ਹਰ ਜਗ੍ਹਾ ਨਵੀਂ ਜਗ੍ਹਾ ਤੇ ਪਹੁੰਚ ਜਾਣਾ, ਜਿੱਥੇ ਦਿਨ ਕੱਟਣਾ ਕਿਤੇ ਰਾਤ ਹੋਰ ਕੱਟਣੀ, ਤੇ ਉਸ ਖੁੱਲੇ ਮਾਹੌਲ 'ਚ ਉਹ ਖੁੱਲਾ ਗਾਉਣਾ ਜਿਹੜਾ ਉਹਨਾਂ ਦੀ ਤਬੀਅਤ ਬਣ ਗਿਆ। ਬਿਲਕੁਲ। ਕਲਾਕਾਰ ਹੈ ਨਾ ਜਿਹੜਾ, ਜੀ, ਉਹ ਆਜ਼ਾਦੀ ਚਾਹੁੰਦਾ। ਜੀ। ਕਲਾਕਾਰ ਬੰਧਨ ਮੁਕਤ ਚਾਹੁੰਦਾ। ਕਲਾਕਾਰ ਦੀ ਕਲਾ ਉਦੋਂ ਹੀ ਵਿਕਸਦੀ, ਉਪਜਦੀ, ਬਿੰਸਦੀ ਹੈ ਜਦੋਂ ਵਾਤਾਵਰਨ ਤੇ ਪੌਣ ਪਾਣੀ ਤੇ ਕੁਦਰਤ ਦੇ ਉਹ ਨੇੜੇ ਹੁੰਦਾ, ਤੇ ਫਿਰ ਜਿਹੜੀ ਕਲਾ ਹੈ ਉਹ ਹੋਰ ਬਿਹਤਰੀਨ ਢੰਗ ਨਾਲ ਨਿਖਰ ਕੇ ਸਾਹਮਣੇ ਆਉਂਦੀ ਹੈ। ਜੀ। ਇਹੀ ਜਿਹੜਾ ਵਰਤਾਰਾ ਹੈ
ਉਹ ਰੇਸ਼ਮਾ ਨਾਲ ਅਕਸਰ ਵਾਪਰਦਾ ਰਿਹਾ ਜੀ ਉਹਨਾਂ ਵੇਲਿਆਂ 'ਚ ਜਦੋਂ ਗਾਇਕਾ ਦੇ ਰੂਪ 'ਚ ਸਾਮਰਥਕ ਰੂਪ ਵਿੱਚ ਸਾਹਮਣੇ ਨਹੀਂ ਸੀ ਆਈ ਜੀ ਤੇ ਜਦੋਂ ਕਲਾ ਡਿਵੈਲਪ ਵਿਕਾਸ ਤੇ ਨਿਕਾਸ ਕਲਾ ਦਾ ਸ਼ੁਰੂ ਹੋਇਆ ਫਿਰ ਉਹਨੂੰ ਲੱਗਿਆ ਕੁਛ ਨਾ ਕੁਛ। ਬੜੀ ਮਜ਼ੇਦਾਰ ਘਟਨਾਵਾਂ ਨੇ ਉਹਨਾਂ ਨਾਲ ਜੁੜੀਆਂ ਹੋਈਆਂ। ਉਹਨਾਂ ਦੀ ਜਿਹੜੀ ਸਾਦਗੀ ਆ ਉਹੀ ਉਹਨਾਂ ਦੀ ਪਹਿਚਾਣ ਬਣੀ। ਜਦੋਂ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਗਾਉਣਾ ਸਿੱਖਿਆ ਕਿੱਥੋਂ ਆ, ਤੇ ਉਹ ਕਹਿ ਦਿੰਦੇ ਸੀ ਗਾਉਣਾ ਵੀ ਕੋਈ ਸਿੱਖਣ ਵਾਲੀ ਚੀਜ਼ ਹੈ। ਬਹੁਤ ਸਾਰੀਆਂ ਗੱਲਾਂ ਆ, ਅਸੀਂ ਫਿਰ ਕਰਦੇ ਆ ਇਹਨਾਂ ਗੱਲਾਂ ਨੂੰ। ਮਿਲਦੇ ਆ ਜੀ ਇੱਕ ਬ੍ਰੇਕ ਤੋਂ ਬਾਅਦ ਇਸੇ ਪ੍ਰੋਗਰਾਮ ਵਿੱਚ, ਗੱਲਾਂ ਕਰਾਂਗੇ ਰੇਸ਼ਮਾ ਦੇ ਗਾਇਕੀ ਜੀਵਨ ਦੀਆਂ। ਸਵਾਗਤ ਹੈ ਜੀ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ। ਤੇ ਗੱਲਾਂ ਕਰਦੇ ਸੀ ਅਸੀਂ ਰੇਸ਼ਮਾ ਦੇ ਗਾਇਕੀ ਜੀਵਨ ਦੀਆਂ। ਉਹਨਾਂ ਦੇ ਜਨਮ ਬਾਰੇ ਗੱਲ ਹੋਈ, ਉਹਨਾਂ ਦੇ ਪਰਿਵਾਰਕ ਬਾਰੇ ਗੱਲ ਹੋਈ, ਤੇ ਉਹਨਾਂ ਦੇ ਖੁੱਲੇ ਮਾਹੌਲ ਦੇ ਵਿੱਚ, ਖੁੱਲੀਆਂ ਰਾਤਾਂ ਦੇ ਵਿੱਚ, ਰੇਤਾਂ ਦੇ ਟਿੱਬਿਆਂ ਦੇ ਵਿੱਚ ਆਪਾਂ ਗਾਉਣ ਦੀਆਂ ਗੱਲਾਂ ਕੀਤੀਆਂ। ਤੇ ਇਹ ਹੁਣ ਇਹ ਗੱਲ ਆਪਾਂ ਅੱਗੇ ਤੋਰੀਏ ਕਿ ਉਹਨਾਂ ਦਾ ਜਿਹੜਾ ਇਹ ਗਾਉਣਾ ਸੀ ਇਹ ਰੇਡੀਓ ਤੱਕ ਕਿੱਦਾਂ ਪਹੁੰਚ ਗਿਆ। ਬੜੀ ਦਿਲਚਸਪ ਕਥਾ ਹੈ ਜੀ, ਕਿਉਂਕਿ ਇਹ ਫਨਕਾਰ ਇਹਨਾਂ ਨੂੰ ਕੋਈ ਢੂੰਡਣ ਨਹੀਂ ਗਿਆ ਜੀ, ਜਾਂ ਇਹ ਆਪਣੇ ਆਪ ਚੱਲ ਕੇ ਇਹਨਾਂ ਅਦਾਰਿਆਂ ਤੱਕ ਨਹੀਂ ਪਹੁੰਚੇ। ਇਹਨਾਂ ਨੂੰ ਤੇ ਆਪ ਨੂੰ ਇੰਨੀ ਸਮਝ ਨਹੀਂ ਸੀ ਕਿ ਮੈਂ ਗਾਉਣਾ ਆ ਜਾਂ ਮੈਂ ਕਿਸੇ ਰੇਡੀਓ ਤੇ ਜਾਣਾ ਆ ਜਾਂ ਮੈਂ ਕਮਰਸ਼ੀਅਲ ਕਲਾਕਾਰ ਬਣਨਾ। ਨਾ, ਉਹ ਤੇ ਸਾਦਗੀ ਦੀ ਤਬੀਅਤ ਸੀ। ਸਾਦਗੀ ਜੀ, ਇਦਾਂ ਦੇ ਰੇਸ਼ਮਾ ਤੋਂ ਇਲਾਵਾ ਵੀ ਬੀਬੀ ਨੂਰਾਂ ਵਰਗੀਆਂ ਜੀ, ਜਾਂ ਹੋਰ ਫਨਕਾਰਾਂ ਹੋਈਆਂ ਨਾ, ਜੀ, ਉਹਨਾਂ ਨੂੰ ਕੋਈ ਢੂੰਡਣ ਨਹੀਂ ਸੀ ਗਿਆ। ਉਹ ਇੱਕ ਸਬੱਬ ਬਣਦਾ ਸੀ, ਜੀ, ਇੱਕ ਵਿਧਾ ਬਣਦੀ ਸੀ, ਜੀ, ਇੱਕ ਮੇਲ ਮਿਲਾਪ ਹੁੰਦਾ ਸੀ, ਜੀ, ਔਰ ਉਹਨਾਂ ਮੇਲ ਮਿਲਾਪਾਂ ਨਾਲ ਹੀ ਗੱਲ ਅੱਗੇ ਤੁਰ ਪੈਂਦੀ ਸੀ। ਇਹ ਸੇਵਨ ਪਿੰਡ ਦੇ ਵਿੱਚ ਗਾ ਰਹੀ ਸੀ, ਇੱਕ ਸੂਫੀ ਮਜ਼ਾਰ ਦੀ ਦਰਗਾਹ ਮਜ਼ਾਰ ਦੇ ਉੱਤੇ ਮੇਲਾ ਸੀ ਕੋਈ, ਜੀ, ਤੇ ਜਦੋਂ ਗਾ ਰਹੀ ਸੀ ਤੇ ਹਾਰਮੋਨੀਅਮ ਦੇ ਉੱਤੇ ਨਾਲ ਕੋਈ ਬੰਦੇ ਸਾਜ਼ ਵਜਾਉਂਦੇ ਸੀ। ਜੀ, ਔਰ ਈਵਨ ਮੈਂ ਦੱਸ ਦਿਆਂ ਕਿ ਜਿਵੇਂ ਬੀਬੀ ਨੂਰਾਂ ਨਾਲ ਉਹਦੇ ਮੁੰਡੇ ਸੰਤਰਾ ਤੇ ਮਾਲਟਾ ਜੀ, ਹਾਰਮੋਨੀਅਮ ਤੇ ਢੋਲਕ ਵਜਾਉਂਦੇ ਰਹੇ, ਉਹ ਤਾਂ ਕੰਨ ਤੇ ਹੱਥ ਧਰ ਕੇ ਗਾਉਂਦੀ ਸੀ। ਜੀ, ਇਵੇਂ ਹੀ ਇਹਦੇ ਮੁੰਡੇ ਰੇਸ਼ਮਾ ਦੇ ਇਹਦੇ ਨਾਲ ਸਾਜ਼ ਵਜਾਉਂਦੇ ਸੀ, ਪਤੀ ਵੀ ਸਾਥ ਦਿੰਦਾ ਸੀ। ਤੇ ਉਹ ਨਾ ਮਜ਼ਾਰ ਦੇ ਉੱਤੇ ਗਾਉਂਦੇ ਗਾਉਂਦੇ ਰੇਡੀਓ ਸਟੇਸ਼ਨ ਦੇ ਜਿਹੜੇ ਡਾਇਰੈਕਟਰ ਸੀ ਸਲੀਮ ਗਿਲਾਨੀ ਸਾਹਿਬ, ਜੀ, ਉਹਨਾਂ ਵੇਲਿਆਂ ਦੇ ਅਦਾਰਿਆਂ ਦੇ ਜਿਹੜੇ ਮੁਖੀ ਹੁੰਦੇ ਸੀ, ਉਹਨਾਂ ਨੂੰ ਬੜਾ ਸ਼ੌਕ ਹੁੰਦਾ ਸੀ ਤੇ ਉਹ ਮਜ਼ਾਰਾਂ ਤੇ ਤੁਰੇ ਫਿਰਦੇ ਉਹ ਕਲਾਕਾਰਾਂ ਦੀ ਪਰਖ ਕਰਦੇ, ਪੜਚੋਲ ਕਰਦੇ ਸੀ। ਬੜੇ ਅਦਬੀ ਲੋਕ ਸੀ। ਅਦਬੀ ਲੋਕ ਸੀ। ਉਹਨਾਂ ਨੂੰ ਸਿਖਾਇਆ ਇਹ ਜਾਂਦਾ ਸੀ ਟ੍ਰੇਨਿੰਗ 'ਚ ਕਿ ਤੁਸੀਂ ਫਨਕਾਰ ਜਿਹੜੇ ਆ ਉਹ ਕਿਵੇਂ ਪੇਸ਼ ਕਰਨੇ ਆ। ਜੀ, ਤੇ ਉਹਨੇ ਇਹਦੀ ਆਵਾਜ਼ ਸੁਣ ਲਈ। ਅੱਛਾ ਜੀ, ਆਵਾਜ਼ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਵੀ ਜਿਹੜੀ ਇਹ ਔਰਤ ਗਾ ਰਹੀ ਹੈ, ਇਹਦੇ ਗਲੇ ਦੇ ਵਿੱਚ ਪਕਿਆਈ ਹੈ, ਇਹਦੇ ਗਲੇ ਦੇ ਵਿੱਚ ਮਿਠਾਸ ਹੈ, ਇਹਦੀ ਆਵਾਜ਼ ਰਮੀ ਹੋਈ ਹੈ, ਔਰ ਇੰਨੀ ਕੁ ਰਮੀ ਹੋਈ ਹੈ ਕਿ ਇੱਕਦਮ ਇਹ ਰੇਡੀਓ ਦੇ ਫਿੱਟ ਫਾਟ ਹੈ। ਜੀ, ਕਿਉਂਕਿ ਰੇਡੀਓ ਤੇ ਗਾਉਣਾ ਸਾਂਝੇ ਭਾਰਤ ਦੀ ਗੱਲ ਹੈ। ਰੇਡੀਓ ਤੇ ਗਾਉਣਾ ਕੋਈ ਸੌਖਾ ਜਾਂ ਸਹਿਲ ਕਾਰਜ ਨਹੀਂ ਸੀ। ਇੱਕ ਉਸ ਆਵਾਜ਼ ਨੂੰ ਹੀ ਜਿਹੜੀ ਇੱਕ ਬੁਲੰਦ ਆਵਾਜ਼ ਹੋਵੇ। ਜੀ, ਉਹਨਾਂ ਨੇ ਬੜੇ ਖੁਸ਼ ਹੋਏ, ਕਹਿੰਦੇ ਤੂੰ ਕੌਣ ਹੈ? ਆਖੇ ਮੈਂ ਰੇਸ਼ਮਾ ਹੈ। ਕੀ ਕਰਦੇ ਹੋ? ਆਖੇ ਆਹ ਹੀ ਪਸ਼ੂ ਪੁਸ਼ੂ ਵੇਚਣ ਦਾ। ਜੀ, ਅਨਪੜ੍ਹ ਵਿਚਾਰੀ। ਤੇ ਕੀ ਕਬੀਲਾ ਸਾਡਾ ਤੁਰਦਾ, ਜਿੱਥੇ ਜਾਣਾ ਤੁਰਦੇ ਤੁਰਦੇ ਰਾਤ ਪੈ ਗਈ, ਉੱਠ ਲੈ ਖਾ ਲੈ ਬਹਿ ਲੈ ਸੌਂ ਲਿਆ ਗਾ ਲਿਆ। ਤੇ ਤੇਰਾ ਪੱਕਾ ਟਿਕਾਣਾ? ਆਖੇ ਪੱਕਾ ਟਿਕਾਣਾ ਤਾਂ ਕਬੀਲੇ ਵਾਲਿਆਂ ਦਾ ਕਿਹੜਾ ਹੁੰਦਾ ਜੀ, ਪੱਕਾ ਕੋਈ ਐਡਰੈਸ ਪਤਾ? ਇਹ ਕਿਹੜਾ ਐਡਰੈਸ ਪਤਾ? ਗਿਲਾਨੀ ਸਾਹਿਬ ਜਿਹੜੇ ਸੀ, ਸਲੀਮ ਗਿਲਾਨੀ ਸਾਹਿਬ, ਬੜੇ ਪ੍ਰਭਾਵਿਤ ਹੋਏ ਵੀ ਬੜੀ ਸਾਦਾ ਤੇ ਆਪਣਾਤ ਵਾਲੀ ਔਰਤ ਹੈ। ਉਹਨਾਂ ਨੇ ਆਪਣਾ ਕਾਰਡ ਕਹਿ ਲਓ, ਜੀ, ਤੇ ਕਿਤੇ ਇਹ ਲਿਖਿਆ ਮਿਲਦਾ ਤੇ ਕਿਤੇ ਉਹਨਾਂ ਨੇ ਸਿਗਰਟ ਦੀ ਡੱਬੀ ਦਾ ਜੀ, ਪੰਨਾ ਕੱਢ ਕੇ ਉਹਦੇ ਤੇ ਆਪਦਾ ਨਾਮ ਲਿਖਤਾ ਤੇ ਐਡਰੈਸ ਲਿਖਤਾ ਤੇ ਉਹਨੂੰ ਕਿਹਾ ਵੀ ਤੂੰ ਰੇਡੀਓ ਸਟੇਸ਼ਨ ਤੇ ਆਵੀਂ ਜਲਦੀ, ਮੈਂ ਤੇਰੇ ਗੀਤ ਰਿਕਾਰਡ ਕਰੂੰਗਾ। ਜੀ, ਉਹਨੇ ਉਹ ਜਿਹੜਾ ਸੀ ਕਾਰਡ ਜਾਂ ਲਿਖਿਆ ਹੋਇਆ ਸਰਨਾਮਾ ਉਹ ਕਿਤੇ ਪੱਲੇ 'ਚ ਬੰਨ੍ਹ ਲਿਆ, ਕਿਸੇ ਪੋਟਲੀ 'ਚ ਪਾ ਲਿਆ। ਤੇ ਕਿੱਥੇ ਖਿੱਚ ਸੀ, ਕਿੱਥੇ ਸੋਚ ਸੀ ਕਿ ਇਹਨਾਂ ਲੋਕਾਂ ਨੂੰ ਰੇਡੀਓ ਦੇ ਉੱਤੇ ਜਗ੍ਹਾ ਮਿਲ ਜੂਗੀ। ਤੇ ਕਾਫਲਾ ਉੱਥੋਂ ਉੱਠਿਆ ਤੇ ਫਿਰ ਅੱਗੇ ਤੁਰਿਆ ਗਿਆ, ਗਾਉਂਦਾ ਗਿਆ, ਸਮਾਂ ਬੀਤਦਾ ਗਿਆ। ਦੇਖੋ ਅਸੀਂ ਗੱਲ ਕਰਦੇ ਸੀ ਕਿ ਇਹ ਰੇਡੀਓ ਤੇ ਕਿੱਦਾਂ ਪਹੁੰਚੇ। ਗੱਲ ਇਹ ਨਹੀਂ ਕਿ ਇਹ ਰੇਡੀਓ ਤੇ ਪਹੁੰਚੇ, ਰੇਡੀਓ ਦੇ ਡਾਇਰੈਕਟਰ ਆਪ ਚੱਲ ਕੇ ਆਏ। ਗੱਲ ਇਹੀ ਹੈ ਜਿੱਦਾਂ ਤੁਸੀਂ ਦੱਸਿਆ ਕਿ ਵਿਧਾ ਬਣਦੀ ਆ, ਜਦੋਂ ਪ੍ਰਮਾਤਮਾ ਨੇ ਉਹਨੂੰ ਖੁਦਾ ਨੇ ਮਸ਼ਹੂਰ ਕਰਨਾ ਸੀ ਤੇ ਫਿਰ ਉਹ ਜਿਹੜਾ ਗੱਲ ਆਈ ਗਈ ਹੋ ਗਈ। ਅੱਛਾ ਜੀ, ਬੜਾ ਸਮਾਂ ਲੰਘ ਗਿਆ ਜੀ, ਜਦੋਂ ਕਿਤੇ ਫੇਰ ਇਹ ਆਏ ਘੁੰਮਦੇ ਘਮਾਉਂਦੇ
ਤੇ ਆ ਕੇ ਦੇਖਿਆ 2 ਸਾਲ ਲੰਘ ਗਏ ਜੀ ਤੇ ਆ ਕੇ ਦੇਖਿਆ ਵੀ ਇਹ ਇੱਥੇ ਮੈਨੂੰ ਕਿਸੇ ਨੇ ਸਰਨਾਮਾ ਦਿੱਤਾ ਸੀ, ਇਹ ਰੇਡੀਓ ਸਟੇਸ਼ਨ ਦੇ ਨੇ ਜੀ ਤੇ ਉਹ ਸਰਨਾਮਾ ਕੱਢ ਲਿਆ ਪੋਟਲੀ ਚੋਂ ਜੀ ਤੇ ਪੋਟਲੀ ਚੋਂ ਸਰਨਾਮਾ ਕੱਢਿਆ ਤੇ ਨਾਲ ਆਪਦੇ ਖਿੱਤੇ ਦੇ ਆਪਣੇ ਕਬੀਲੇ ਦੇ ਲੋਕ ਰੇਡੀਓ ਸਟੇਸ਼ਨ ਵੱਲ ਵੀਰ ਘੱਤ ਲਈ ਜੀ ਹੈ 5-7 ਬਾਜੀਗਰ ਤੇ ਨਾਲ ਹੋਰ ਵੱਡੇ ਵੱਡੇ ਕੱਦਾਂ ਵਾਲੇ ਬੰਦੇ ਤੁਰਲੇ ਛੱਡਿਓ, ਚਾਦਰੇ ਬੰਨੇ, ਖੋਸੇ ਪਾਏ, ਹੱਥ 'ਚ ਡਾਂਗਾ ਤੇ ਉਹ ਰੇਡੀਓ ਦੇ ਜਿਹੜੇ ਸੀ ਪਹਿਰੇਦਾਰ ਉਹ ਘਬਰਾ ਗਏ ਵੀ ਇਹ ਕਿੱਧਰ ਨੂੰ ਇਹਨਾਂ ਨੇ ਧਾਵਾ ਬੋਲਿਆ ਜੀ ਤੇ ਪੁੱਛਿਆ ਇਹ ਕਿਵੇਂ? ਆਖੇ ਡਾਇਰੈਕਟਰ ਸਾਹਿਬ ਨੇ ਆ ਐਡਰੈਸ ਦਿੱਤਾ ਸੀ ਤੇ ਉਹਨਾਂ ਨੂੰ ਮਿਲਣਾ। ਆਖੇ ਕਦੋਂ ਦਿੱਤਾ ਸੀ? ਆਖੇ 2 ਸਾਲ ਹੋ ਗਏ। ਉਹ ਕਹਿੰਦੇ ਬੜੀ ਛੇਤੀ ਆਇਓ ਤੁਸੀਂ ਜੀ ਹਨਾ, ਬੇਪਰਵਾਹੀ ਦੇਖ ਕਿੰਨੀ। ਜੀ ਤੇ ਉਹ ਅਜੇ ਕਾਰਡ ਕੂਡ ਵਿਖਾਈ ਜਾਂਦੇ ਸੀ ਤੇ ਉਦੋਂ ਗਿਲਾਨੀ ਸਾਹਿਬ ਦੀ ਕਾਰ ਰੇਡੀਓ ਅੰਦਰ ਵੜੀ ਸਟੇਸ਼ਨ ਦੇ। ਜੀ ਉਹਨੇ ਦੇਖ ਲਿਆ, ਉਹ ਰੇਸ਼ਮਾ ਤੂੰ ਆ ਗਈ ਹੈ, ਤੂੰ ਕਿੱਥੋਂ ਆ ਗਈ ਰੇਸ਼ਮਾ? ਤੇ ਉਹ ਬੜੇ ਖੁਸ਼ ਹੋਏ। ਉਹਨਾਂ ਨੇ ਉਹਨੂੰ ਅੰਦਰ ਜਿਹੜਾ ਹੈ ਰੇਡੀਓ ਸਟੇਸ਼ਨ ਦੇ ਐਂਟਰੀ ਦਿੱਤੀ ਤੇ ਬੜੇ ਖੁਸ਼ ਹੋਏ ਤੇ ਚਾਹ ਪਾਣੀ ਪਿਲਾਇਆ। ਚਾਹ ਪਾਣੀ ਪਿਲਾਉਣ ਤੋਂ ਬਾਅਦ ਫਿਰ ਜਿਹੜਾ ਅਗਲਾ ਸਿਲਸਿਲਾ ਹੈ ਗੀਤਾਂ ਦੀ ਰਿਕਾਰਡਿੰਗ ਦਾ ਤੇ ਚੈੱਕ ਲੈਣ ਦਾ, ਉੱਥੋਂ ਜਿਹੜੀ ਮਾਇਆ ਮਿਲੀ ਸੀ ਜੀ ਤਾਂ ਉਹ ਬੜਾ ਦਿਲਚਸਪ ਤੇ ਰੋਮਾਂਚਕ ਕਮਾਲ ਦੀਆਂ ਗੱਲਾਂ ਵਾਪਰੀਆਂ ਉਹਨਾਂ ਦੀ ਜ਼ਿੰਦਗੀ 'ਚ। ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਜਿੰਨੇ ਉਹ ਸਾਦੇ ਸੀ ਉਨੀਆਂ ਹੀ ਘਟਨਾਵਾਂ ਉਹਨਾਂ ਨਾਲ ਜਿਹੜੀਆਂ ਸੀ ਉਹ ਅਚਨਚੇਤ ਤੇ ਅਚਾਨਕ ਤੇ ਬੜੀਆਂ ਹੈਰਾਨੀਜਨਕ ਘਟਦੀਆਂ ਗਈਆਂ, ਜੁੜ ਜਾਂਦੀਆਂ ਸੀ ਨਾ। ਘਟਦੀਆਂ ਗਈਆਂ। ਤੇ ਫਿਰ ਕੀਤੀ ਰਿਕਾਰਡਿੰਗ ਉੱਥੇ ਕਰਾਚੀ ਰੇਡੀਓ ਸਟੇਸ਼ਨ ਤੇ ਗਲਾਨੀ ਸਾਹਿਬ ਕੋਲ। ਗਲਾਨੀ ਸਾਹਿਬ ਕਹਿੰਦੇ ਵੀ ਤੂੰ ਗਾ। ਅੱਛਾ ਜੀ। ਸਟੂਡੀਓ 'ਚ ਲੈ ਗਏ ਜੀ। ਉਹ ਕਹਿੰਦੀ ਮੈਨੂੰ ਨਹੀਂ ਆਉਂਦਾ ਬੰਦ ਕਮਰੇ 'ਚ ਗਾਉਣਾ। ਕੀ ਬਾਤ ਹੈ। ਆਖੇ ਹੋਰ ਕਿੱਥੇ? ਆਖੇ ਮੈਨੂੰ ਤਾਂ ਕਿਸੇ ਮਜ਼ਾਰ ਤੇ ਚੱਲੋ, ਉੱਥੇ ਭਰ ਲਓ। ਫਿਰ ਉਹਨੂੰ ਸਮਝਾਇਆ ਭਾ ਕੇ ਵੀ ਇਦਾਂ ਦੀ ਗੱਲ ਨਹੀਂ ਹੈ, ਤੂੰ ਇੱਥੇ ਹੀ ਗਾ ਤੇ ਗਾਉਣ ਵਾਸਤੇ ਤੂੰ ਫੀਲਿੰਗ ਲੈ ਆਪਦੇ, ਜਿਹਨੂੰ ਮੰਨਦੀ ਉਹਨੂੰ ਧਿਆ, ਰਾਗਾਂ ਨੂੰ ਹਾਕ ਲਾ ਤੇ ਰਾਗਾਂ ਨੂੰ ਹਾਕ ਲਾਉਣ ਤੋਂ ਬਾਅਦ ਜਿਹੜੀ ਹੈ ਤੇਰੀਆਂ ਸੁਰਾਂ ਉਤਪੰਨ ਹੋਣ। ਤੇ ਫਿਰ ਉਹਨੂੰ ਮਨਾਉ ਕੇ ਉਹਨਾਂ ਨੇ ਉਹਦੀ, ਜਦੋਂ ਆਪਾਂ ਅੰਗਰੇਜ਼ੀ ਜਿੱਦਾਂ ਕਹਿੰਦੇ ਆ ਕਿ ਉਹਦੀ એનર્ਜੀ ਨੂੰ ਚੈਨਲਾਈਜ਼ ਕੀਤਾ, ਉਹਦੀ ਊਰਜਾ ਨੂੰ ਨਿਯੰਤਰਿਤ ਕੀਤਾ ਕਿ ਤੂੰ ਬੰਦ ਕਮਰੇ 'ਚ ਵੀ ਗਾ ਸਕਦੀ ਹੈ, ਗਾਉਣਾ ਤੇਰੇ ਕੋਲ ਹੈਗਾ। ਉਹਨੂੰ ਫਿਰ ਉੱਥੇ ਸਟੂਡੀਓ 'ਚ ਉਹਨੇ ਗਾਇਆ ਤੇ ਆਪ ਗਿਲਾਨੀ ਸਾਹਿਬ ਨਾਲ ਦੇ ਕਮਰੇ 'ਚ ਜਿੱਥੇ ਸ਼ੀਸ਼ਾ ਲੱਗਾ ਹੁੰਦਾ ਰੇਡੀਓ ਦਾ ਵੱਡਾ ਸਾਰਾ, ਉਹਦੇ ਵਿੱਚ ਦੀ ਫਨਕਾਰ ਦਿਸਦਾ। ਉਧਰ ਫਨਕਾਰ ਨੂੰ ਅਫੀਸਰ ਰਿਕਾਰਡਿਸਟ ਬੈਠੇ ਦਿਸਦੇ ਆ ਜੀ, ਉਹ ਆਪ ਬੈਠੇ ਜਿੱਥੇ ਰਿਕਾਰਡ ਕਰਨ ਵਾਲੇ ਇੰਜੀਨੀਅਰ ਬਹਿੰਦੇ ਆ ਜੀ। ਤੇ ਗਿਲਾਨੀ ਸਾਹਿਬ ਉੱਥੇ ਬਹਿ ਕੇ ਉਹਦੀ ਰਿਕਾਰਡਿੰਗ ਕਰਾਉਂਦੇ ਰਹੇ ਤੇ ਰਿਕਾਰਡਿੰਗ ਕਰਾਉਣ ਤੋਂ ਬਾਅਦ ਉਹ ਬੜੇ ਖੁਸ਼ ਹੋਏ ਤੇ ਕਹਿੰਦੇ ਰੇਸ਼ਮਾ ਵੀ ਤੂੰ ਬੜੀ ਵੱਡੀ ਫਨਕਾਰਾ ਬਣ ਜਾਣਾ ਜੀ। ਤੇ ਉਹਨਾਂ ਰੇਡੀਓ ਸਟੇਸ਼ਨ ਵਾਲਿਆਂ ਦਾ ਫੋਟੋਗ੍ਰਾਫਰ ਆ ਗਿਆ ਜੀ, ਉਹਨੇ ਉਹਦੀ ਫੋਟੋ ਖਿੱਚ ਲਈ ਜੀ। ਉਹ ਗੁੱਸੇ ਹੋ ਗਈ। ਉਹ ਕਹਿੰਦੀ ਵੀ ਸਾਡੇ ਕਬੀਲੇ 'ਚ ਮਤਲਬ ਇਹ ਮਨਾ ਹੈ ਫੋਟੋ ਫਾਟੋ ਖਿੱਚਣੀ। ਉਦੋਂ ਫੋਟੋਗ੍ਰਾਫਰ ਵੀ ਕਿਹੜੇ ਸੀ, ਕੈਮਰੇ ਵੀ ਕਿਹੜੇ ਹੁੰਦੇ ਸੀ ਜੀ। ਫੋਟੋ ਖਿੱਚੀ, ਉਹ ਤਾਂ ਨਾਰਾਜ਼ ਬਹੁਤ ਹੋ ਗਈ ਜੀ। ਡਾਇਰੈਕਟਰ ਸਾਹਿਬ ਨੂੰ ਕਹਿੰਦੀ ਮੈਨੂੰ ਤਾਂ ਕਬੀਲੇ ਵਾਲਿਆਂ ਨੇ ਮਾਰ ਸੁੱਟਣਾ ਵੀ ਤੂੰ ਫੋਟੋ ਖਿਚਵਾ ਕੇ ਆਈ ਆ ਜੀ, ਤੇ ਬਣੂ ਕੀ? ਉਹ ਕਹਿੰਦਾ ਐਡੀ ਕੋਈ ਗੱਲ ਨਹੀਂ ਘਬਰਾਉਣ ਵਾਲੀ, ਤੂੰ ਇਹਨਾਂ ਗੱਲਾਂ 'ਚ ਕਿਉਂ ਪੈ ਗਈ ਆ ਜੀ, ਤੇ ਤੇਰੀ ਫੋਟੋ ਤੈਨੂੰ ਕਿਤੇ ਪਹੁੰਚਾਊਗੀ ਜੀ। ਜਦੋਂ ਦੇਣ ਲੱਗੇ ਪੈਸੇ ਉਹਨੂੰ 300 ਰੁਪਇਆ, ਬੜੀ ਵੱਡੀ ਗੱਲ ਸੀ ਜੀ ਉਹਨਾਂ ਵੇਲਿਆਂ 'ਚ 300 ਰੁਪਇਆ ਔਰ ਰੇਡੀਓ ਸਟੇਸ਼ਨ ਤੋਂ ਮਿਲਣਾ ਜੀ। ਤੇ ਉਹ ਕਹਿੰਦੇ ਅੰਗੂਠਾ ਲਾਓ, ਕਿਉਂਕਿ ਅਨਪੜ੍ਹ ਸੀ, ਸਾਈਨ ਕਰ ਨਹੀਂ ਸਕਦੀ ਸੀ। ਕਹਿੰਦੀ ਸਾਡੇ ਮੁਸਲਮਾਨਾਂ ਦੇ ਤਾਂ ਇਹ ਰਿਵਾਜ, ਸਾਡੀ ਇਹ ਪਰੰਪਰਾ ਹੈ ਕਿ ਅਸੀਂ ਤਾਂ ਨਿਕਾਹ ਵੇਲੇ ਅੰਗੂਠਾ ਲਾਉਣੀ ਆ, ਮੈਂ ਅੰਗੂਠਾ ਕਿਉਂ ਲਾਵਾਂ? ਕੀ ਬਾਤ। ਉਹਨੂੰ ਫਿਰ ਸਮਝਾਇਆ, ਫਿਰ ਮਨਾਇਆ ਵੀ ਤੂੰ ਅੰਗੂਠਾ ਲਾਏਂਗੀ ਤੇ ਫਿਰ ਤੈਨੂੰ ਪੈਸੇ ਮਿਲਣੇ। ਫਿਰ ਉਹਨੇ ਅਣਮੰਨੇ ਮਨ ਨਾਲ ਅੰਗੂਠਾ ਲਾਇਆ ਤੇ ਉਹ 300 ਰੁਪਏ ਰਸੀਵ ਪਾਏ ਜੀ। ਤੇ ਫਿਰ ਉਹਦੇ ਗੀਤ ਜਿਹੜੇ ਜਦੋਂ ਬ੍ਰਾਡਕਾਸਟ ਹੋਏ, ਇਹ ਸੀ ਰੇਸ਼ਮਾ ਦੀ ਪਹਿਲੀ ਰਿਕਾਰਡਿੰਗ ਤੇ ਉਹਦੀ ਪਹਿਲੀ ਸਟੂਡੀਓ ਫੇਰੀ ਕਿ ਉਹ ਪੁਰਾਣਾ 2 ਸਾਲ ਦਾ ਕਾਰਡ ਲੈ ਕੇ ਉਹ ਪਹੁੰਚ ਗਈ ਉੱਥੇ, ਰਿਕਾਰਡਿੰਗ ਵੀ ਕਰ ਲਈ। ਤੇ ਜਦੋਂ ਉਹਨੂੰ ਪੈਸਿਆਂ ਤੇ ਰਸੀਦ ਕਰਨ ਲਈ ਕਿਹਾ ਗਿਆ ਤੇ ਉਹਨੇ ਆਪਣਾ ਧਾਰਮਿਕ ਜਿਹੜਾ ਸੀਗਾ ਮੁੱਦਾ ਜ਼ਾਹਰ ਕੀਤਾ ਕਿ ਅਸੀਂ ਤੇ ਅੰਗੂਠਾ ਜਾਂ ਦਸਤਖਤ ਉਦੋਂ ਕਰਦੇ ਆ ਜਦੋਂ ਸਾਡਾ ਨਿਕਾਹ ਹੁੰਦਾ। ਕਿਹੋ ਜਿਹੇ ਲੋਕ ਸੀ ਉਹ, ਦੇਖੋ ਕਿੰਨੇ ਕਮਾਲ ਦੀ ਗੱਲ ਏ। ਤੇ ਫਿਰ ਗੱਲ ਅੱਗੇ ਇਦਾਂ ਤੁਰਦੀ ਆ ਕਿ ਉਹ ਜਿਹੜਾ ਉਹਨਾਂ ਦੀ ਰਿਕਾਰਡਿੰਗ ਸੀ ਉਹ ਹੋ ਗਈ ਤੇ ਗੀਤ ਉਹਨਾਂ ਦੇ ਬੜੇ ਮਸ਼ਹੂਰ ਹੋ ਗਏ ਪਾਕਿਸਤਾਨ 'ਚ ਵੀ ਤੇ ਦੁਨੀਆ 'ਚ ਵੀ। ਤੇ ਰੇਸ਼ਮਾ ਦੀ ਫੋਟੋ ਵੀ ਉਹਨਾਂ ਨੇ ਖਿੱਚ ਲਈ ਤੇ ਰੇਸ਼ਮਾ ਨਾਰਾਜ਼ ਹੋ ਗਈ। ਤੇ ਫਿਰ ਰੇਸ਼ਮਾ ਦਾ ਐਡਰੈਸ ਤੇ ਕੋਈ ਹੈ ਨਹੀਂ ਸੀ। ਫਿਰ ਰੇਸ਼ਮਾ ਨੂੰ ਲੱਭਣ ਲਈ ਗਿਲਾਨੀ ਸਾਹਿਬ ਨੇ ਕੀ ਕੀਤਾ, ਉਹ ਵੀ ਇੱਕ ਬੜੀ ਵੱਡੀ ਘਟਨਾ। ਜਦੋਂ ਗੀਤ ਬ੍ਰਾਡਕਾਸਟ ਹੁੰਦੇ ਆ ਜੀ, ਉਹ ਚੜ੍ਹ ਮੱਚੀ ਜੀ ਤੇ ਲੱਭਣ ਲੱਗਾ ਵੀ ਰੇਸ਼ਮਾ ਕੌਣ ਹੈ। ਹਾਏ ਓ ਰੱਬਾ ਨਹੀਂਓ ਲੱਗਦਾ ਦਿਲ ਮੇਰਾ, ਉੱਠ ਗਏ ਗਵਾਂਢੋਂ ਯਾਰ ਰੱਬਾ ਹੁਣ ਕੀ ਕਰੀਏ, ਹੈ ਨਾ ਜੀ। ਤੇ ਲੰਬੀ ਜੁਦਾਈ ਤਾਂ ਬਾਅਦ 'ਚ ਆਉਂਦਾ ਹੈ, ਇਹ ਤਾਂ ਬੰਬੇ
ਜੀ ਹੀਰ ਆਖਦੀ ਜੋਗੀਆ ਕੌਣ, ਵਾਰਸ ਦੀ ਹੀਰ ਤੋਂ ਲੈ ਕੇ ਬੁੱਲੇ ਸ਼ਾਹ ਦੀਆਂ ਕਾਫੀਆਂ ਤੱਕ ਵੀ ਇਹ ਰਿਕਾਰਡ ਕਰਾ ਗਈ ਸੀ। ਜੀ 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 ਤੇ ਫਿਰ ਰੇਡੀਓ ਵਾਲਿਆਂ ਨੂੰ ਹਾਰ ਕੇ ਅਖਬਾਰ 'ਚ ਇਸ਼ਤਿਹਾਰ ਦੇਣਾ ਪਿਆ, ਨਾਲ ਉਹਦੀ ਉਹੀ ਫੋਟੋ ਲਾਉਣੀ ਪਈ ਰੇਡੀਓ ਦੀ ਪਿਆ ਕੁੜੀ ਸਾਨੂੰ ਚਾਹੀਦੀ ਆ ਹੁਣ ਕਿ ਇਹ ਸਾਡੀ ਰੇਸ਼ਮਾ ਕਿੱਥੇ ਹੈ, ਜੇ ਕੋਈ ਇਹਦਾ ਪਤਾ ਦੱਸੇਗਾ ਤੇ 2000 ਰੁਪਇਆ ਰੇਡੀਓ ਸਟੇਸ਼ਨ ਵੱਲੋਂ ਇਨਾਮ ਦਿੱਤਾ ਜਾਊਗਾ। ਕਿਆ ਬਾਤ 2000 ਰੁਪਇਆ ਉਹ ਤੋਂ ਲੱਖਾਂ ਦੇ ਬਰਾਬਰ ਹੁੰਦਾ ਸੀ। ਜੀ 70ਵੇਂ 80ਵੇਂ ਦੇ ਵਿੱਚ 2000 ਉਹਨੂੰ ਲੱਭਣ ਲਈ ਇਨਾਮ ਰੱਖ ਦਿੱਤਾ ਔਰ ਉਹ ਫੇਰ ਨਾ ਲੱਭੇ। ਜੀ ਹੁਣ ਉਹ ਕਾਫਲਿਆਂ ਵਾਲੀ ਕੁੜੀ ਨੂੰ ਕੌਣ ਲੱਭ ਕੇ ਲਿਆਵੇ। ਉਸ ਤੋਂ ਬਾਅਦ ਜਦੋਂ ਉਹ ਫੇਰ ਆਈ ਹੈ ਕਰਾਚੀ ਜੀ ਤੇ ਉਹ ਕਿਵੇਂ ਇਸ਼ਤਿਹਾਰ ਇੱਕ ਢਾਬੇ ਤੇ ਪੜ੍ਹਦੀ, ਉਹ ਬੜਾ ਕਮਾਲ ਦਾ ਦ੍ਰਿਸ਼ ਹੈ। ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਰੇਸ਼ਮਾ ਦੀਆਂ ਬੜੀਆਂ ਦਿਲਚਸਪ ਕਹਾਣੀਆਂ ਸਾਨੂੰ ਸੁਣਾਈਆਂ ਜਾ ਰਹੀਆਂ ਤੇ ਅਸੀਂ ਵੀ ਉਹਨੂੰ ਸੁਣਦੇ ਕਈ ਵਾਰ ਸਮੇਂ ਦਾ ਵੀ ਖਿਆਲ ਨਹੀਂ ਰਹਿੰਦਾ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ 'ਚ। ਤੇ ਗੱਲਾਂ ਅਸੀਂ ਕਰਦੇ ਸੀ ਰੇਸ਼ਮਾ ਦੀ ਰਿਕਾਰਡਿੰਗ ਤੋਂ ਬਾਅਦ ਗੱਲ ਪਹੁੰਚ ਗਈ ਉਹਦੇ ਦੁਬਾਰਾ ਗਵਾਚਣ ਦੀ ਤੇ ਇਸ਼ਤਿਹਾਰ ਦੇਣਾ ਪਿਆ। ਤੇ ਫਿਰ ਉਹ ਮਿਲੀ ਕਿਵੇਂ? ਉਹ ਨਾ ਅਖਬਾਰ ਦੇ ਵਿੱਚ ਜਦੋਂ ਉਹਦੀ ਫੋਟੋ ਛਪੀ ਜੀ ਤੇ ਕਬੀਲੇ ਵਾਲਿਆਂ ਨੇ ਵੀ ਦੇਖ ਲਈ। ਜੀ ਉਹ ਬੜੇ ਗੁੱਸੇ ਹੋਏ ਵੀ ਸਾਡੀ ਕੁੜੀ ਦੀ ਫੋਟੋ ਅਖਬਾਰ 'ਚ ਆਈ ਹੈ। ਹਾਲਾਂਕਿ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਕਿ ਇੰਨੀ ਮਸ਼ਹੂਰ ਹੋ ਚੁੱਕੀ ਆ। ਜੀ ਉਹ ਤਾਂ ਤੁਰੇ ਫਿਰਦੇ ਸੀ। ਕੀ ਬਾਤ। ਠੀਕ ਆ ਨਾ। ਰੇਡੀਓ ਨੂੰ ਜਦੋਂ ਲੋਕਾਂ ਨੇ ਅਪਰੋਚ ਕੀਤਾ ਕਿ ਇਹ ਕੌਣ ਹੈ, ਰੇਸ਼ਮਾ ਕਿੱਥੇ ਹੈ, ਰੇਡੀਓ ਵਾਲਿਆਂ ਕੋਲੇ ਕਿਹੜਾ ਐਡਰੈਸ ਹੈ। ਐਡਰੈਸ ਤਾਂ ਹੋਵੇ ਜੇ ਉਹਨਾਂ ਦਾ ਕੋਈ ਘਰ ਘਾਟ ਹੋਵੇ। ਜਦੋਂ ਅਖਬਾਰ 'ਚ ਆਇਆ ਤੇ ਇਹ ਤੁਰਦੇ ਫਿਰਦੇ ਉੱਥੇ ਜਦੋਂ ਆਏ ਨਾ ਤੇ ਇੱਕ ਢਾਬੇ ਦੇ ਉੱਤੇ ਉਹ ਗਈ, ਉੱਥੇ ਅਖਬਾਰ ਪਿਆ। ਉਹਨੇ ਵੇਖਿਆ ਆਪਦੀ ਫੋਟੋ ਛਪੀ, ਉਹੀ ਕੰਨਾਂ 'ਚ ਝੁਮਕੇ, ਸਿਰ ਤੇ ਚੁੰਨੀ ਹੈ, ਸਾਦ ਮੁਰਾਦੀ। ਜੀ ਤੇ ਉਹ ਪਿੱਟ ਉੱਠੀ ਵੀ ਹੈ ਮੇਰੀ ਫੋਟੋ। ਉਹ ਉਠਾਉਣੇ ਨਾ ਆਉਣ ਅੱਖਰ। ਫਿਰ ਢਾਬੇ ਵਾਲੇ ਨੂੰ ਕਹਿੰਦੀ ਵੀ ਆਹ ਕੌਣ ਹੈ? ਜੀ ਉਹ ਕਹਿੰਦਾ ਰੇਸ਼ਮਾ। ਤੇ ਉਹ ਕਹਿੰਦੀ ਮੇਰੇ ਵੱਲ ਹੀ ਦੇਖ ਤਾਂ। ਉਹ ਕਹਿੰਦਾ ਹੈ ਤੂੰ ਰੇਸ਼ਮਾ? ਉਹ ਲੋਕੋ ਮੇਰੇ ਢਾਬੇ ਤੇ ਰੇਸ਼ਮਾ ਆ ਗਈ। ਉਹ ਰੌਲਾ ਪਾਉਣ ਡਿਆ। ਕਹਿੰਦੀ ਰੌਲਾ ਨਾ ਪਾ, ਤੂੰ ਮੈਨੂੰ ਪੜ੍ਹ ਕੇ ਸੁਣਾ ਕੀ ਲਿਖਿਆ। ਉਹ ਕਹਿੰਦਾ ਲਿਖਿਆ ਹੈ ਕਿ ਗਿਲਾਨੀ ਸਾਹਿਬ ਨੇ ਇਸ਼ਤਿਹਾਰ ਦਿੱਤਾ ਹੈ ਕਿ ਜਿਹੜਾ ਰੇਸ਼ਮਾ ਦੀ 10 ਪਾਏਗਾ ਉਹਨੂੰ 2000 ਰੁਪਈਆ ਰੇਡੀਓ ਵੱਲੋਂ ਇਨਾਮ ਦਿੱਤਾ ਜਾਏਗਾ। ਫਿਰ ਉਹ ਕਹਿੰਦੀ ਐਂ ਕਰ, ਤੂੰ ਇੱਕ ਚਿੱਠੀ ਲਿਖ ਗਿਲਾਨੀ ਸਾਹਿਬ ਨੂੰ। ਫਿਰ ਉਹ ਬੋਲਦੀ ਹੈ ਤੇ ਉਹ ਚਿੱਠੀ ਲਿਖਦਾ ਢਾਬੇ ਵਾਲਾ ਕਿ ਮੈਂ ਰੇਸ਼ਮਾ ਹੈ ਤੇ ਤੁਸੀਂ ਬੜੀ ਕਿਰਪਾ ਕੀਤੀ, ਬੜਾ ਕਰਮ ਕੀਤਾ। ਮੈਂ ਗਾਉਣ ਲੱਗੀ ਤੇ ਮੇਰੇ ਗੀਤ ਮਸ਼ਹੂਰ ਹੋਏ। ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ। ਮੈਨੂੰ ਤਾਂ ਇਸ਼ਤਿਹਾਰ ਪੜ੍ਹ ਕੇ ਪਤਾ ਲੱਗਾ। ਤੇ ਜਦੋਂ ਮੇਰੀ ਤੁਸੀਂ ਫੋਟੋ ਖਿੱਚੀ ਹੈ ਤੇ ਆ ਛਪੀ ਹੈ ਤੇ ਇਹਦਾ ਬੜਾ ਰੌਲਾ ਪਿਆ। ਫਿਰ ਇਸ ਤੋਂ ਬਾਅਦ ਤਾਂ ਉਹਦੇ ਘਰ ਦੇ ਵੀ ਮੰਨ ਗਏ ਨਾ। ਫਿਰ ਜਦੋਂ ਕਲਾ ਅੰਗੜਾਈਆਂ ਲੈਂਦੀ ਹੈ ਤੇ ਆਕਾਸ਼ ਛੋਂਦੀ ਹੈ, ਅੰਬਰ ਛੋਂਦੀ, ਉਹਨੂੰ ਕੀ ਪਤਾ ਸੀ ਸਾਡੀ ਕੁੜੀ ਸਾਰੇ ਵਰਲਡ ਦੇ ਮੁਲਕਾਂ 'ਚ ਜਾ ਕੇ ਗਾਊਗੀ ਤੇ ਰੇਸ਼ਮਾ। ਫਿਰ ਉਹ ਗਿਲਾਨੀ ਸਾਹਿਬ ਕੋਲ ਚਿੱਠੀ ਚੱਲ ਗਈ। ਜੀ ਫਿਰ ਬਾਅਦ ਵਿੱਚ ਜਦੋਂ ਮੇਲ ਹੋਇਆ ਤੇ ਗਿਲਾਨੀ ਸਾਹਿਬ ਨੂੰ ਕਹਿੰਦੀ ਵੀ ਮੈਂ ਇਹ ਅੱਲਾ ਦਾ ਕੋਈ ਕਰਮ ਆ। ਜੀ ਮੈਂ ਤਾਂ ਕੁਛ ਵੀ ਨਹੀਂ ਸੀ, ਮੈਂ ਤਾਂ ਖਾਕਸਾਰ ਸੀ, ਜੀ ਮੈਂ ਤਾਂ ਨਾ ਚੀਜ਼ ਸੀ ਤੇ ਮੈਨੂੰ ਤੁਸੀਂ ਕੁੰਦਨ ਰੂਪ ਕਠਾਲੀ ਵਿੱਚੋਂ ਢਾਲ ਕੇ ਜੀ ਇੱਕ ਤਰ੍ਹਾਂ ਦਾ ਮੇਰੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ। ਉਹ ਤਾ ਉਮਰ ਆਪਣੇ ਆਪ ਨੂੰ ਬੰਜਾਰਨ, ਟੱਪਰੀ ਵਾਸੀ, ਖਾਨਾ ਬਦੋਸ਼ ਤੇ ਇੱਕ ਆਮ ਔਰਤ ਹੀ ਕਹਿੰਦੀ ਰਹੀ। ਬਿਲਕੁਲ ਬੜੀ ਕਮਾਲ ਦੀ ਗੱਲ ਤੁਸੀਂ ਦੱਸੀ ਕਿ ਉਹਨਾਂ ਦਾ ਜਿਹੜਾ ਜੀਵਨ ਸੀਗਾ ਇੰਨਾ ਸਾਦਾ ਸੀ ਤੇ ਉਹਨਾਂ ਦਾ ਜਿਹੜਾ ਪਹਿਰਾਵਾ ਆ ਉਹਦੇ ਬਾਰੇ ਵੀ ਕੁਝ ਦੱਸੋ। ਵੇਖੋ ਸਿਰ ਤੋਂ ਚੁੰਨੀ ਨਹੀਂ ਲੈਣ ਦਿੱਤੀ। ਉਹਦੀਆਂ ਜਿੰਨੀਆਂ ਵੀ ਫੋਟੋ ਮੇਰੀਆਂ ਕਈ ਕਿਤਾਬਾਂ 'ਚ ਛਪੀਆਂ ਹੋਈਆਂ। ਜੀ ਔਰ ਕਿੰਨੀ ਅੱਛੀ ਉਹਦੀ ਸ਼ਖਸੀਅਤ ਹੈ, ਕਿੰਨਾ ਗੂੜਾ ਪਰਛਾਵਾਂ ਉਹਦੀ ਹਸਤੀ ਦਾ। ਸਿਰ ਤੋਂ ਚੁੰਨੀ ਨਹੀਂ ਲੈਣ ਦਿੱਤੀ ਹੈ ਨਾ, ਚੀਰ ਵੀ ਦਿਖਦਾ। ਜੀ ਔਰ ਝੁਮਕੇ ਤੇ ਸਾਦ ਮੁਰਾਦੀ ਸ਼ਖਸੀਅਤ। ਔਰ ਵੱਡੀ ਗੱਲ ਕਿ ਉਹਨੇ ਇਹੀ ਸਾਦਾ ਪਹਿਰਾਵਾ, ਸਲਵਾਰ ਕਮੀਜ਼ ਤੇ ਪੈਰੀਂ ਦੇਸੀ ਜੁੱਤੀ ਜੀ ਤੇ ਪਾਈ। ਔਰ ਉਹਨੂੰ ਮੁਲਕਾਂ ਬਾ ਮੁਲਕਾਂ ਦੇ ਵਿੱਚ ਕਿਹਾ ਗਿਆ ਜੀ ਤੇ ਵੰਨ ਸਵੰਨੇ ਪਹਿਰਾਵੇ ਉਹਨੂੰ ਭੇਟ ਕੀਤੇ ਗਏ, ਪਰ ਉਹਨੇ ਆਪਣਾ ਪਹਿਰਾਵਾ ਨਹੀਂ ਬਦਲਿਆ। ਆਪਣਾ ਪਹਿਰਾਵਾ ਨਹੀਂ ਬਦਲਿਆ। ਪਰ ਇੱਕ ਵਾਰ ਤੁਸੀਂ ਗੱਲ ਸੁਣਾ ਰਹੇ ਸੀ ਕਿ ਇੱਕ ਵਾਰ ਕਿਤੇ ਉਹਨੂੰ ਗਜ਼ਲ ਗਾਉਣ ਲਈ ਤੇ ਸਾੜੀ ਪਾਉਣ ਦੀ ਵੀ ਗੱਲ ਦੱਸੀ ਸੀ, ਤੇ ਉਹ ਸੁਣਾਇਓ ਜਰਾ, ਸੋਹਣੀ ਗੱਲ ਸੀ ਉਹ। ਇਹ ਸ਼ਗੁਫਤਾ ਜੀ ਇਹ ਨਜ਼ਮ ਗਾਉਣੀ ਹੈ। ਜੀ ਉਹਨੂੰ ਹੁਣ ਗਜ਼ਲ, ਨਜ਼ਮ, ਖੁੱਲੀ ਕਵਿਤਾ, ਗੀਤ ਤੇ ਲੋਕ ਗੀਤ ਦਾ ਤੁਹਾਨੂੰ ਗਿਆਨ ਸੀ ਹੈ ਨਾ, ਬਾਬੇ ਦੀਆਂ ਕਾਫੀਆਂ ਦਾ ਗਿਆਨ ਸੀ। ਜੀ ਉਹ ਕਹਿੰਦੀ ਵੀ ਸ਼ਗੁਫਤਾ ਕੀ ਹੁੰਦਾ। ਉਹ ਕਹਿੰਦੇ ਖਿੜਿਆ ਫੁੱਲ,
ਉਹ ਕਹਿੰਦੀ ਫਿਰ ਸਿੱਧਾ ਪੰਜਾਬੀ 'ਚ ਤੁਸੀਂ ਕਹਿ ਲਓ ਖਿੜਿਆ ਫੁੱਲ। ਇੱਕ ਤਾਂ ਉਲਝੀ ਹੋਈ ਸੀ ਉਹ। ਕੀ ਬਾਤ ਹੈ ਜੀ। ਇੱਕ ਉਹਨੂੰ ਕਹਿੰਦੇ ਵੀ ਤੂੰ ਸਾੜੀ ਪਾ ਕੇ ਗਾਉਣਾ। ਅੱਛਾ ਜੀ। ਕਹਿੰਦੀ ਜੇ ਮੈਂ ਸਾੜੀ ਵਾਲੇ ਪਾਸੇ ਆਉਣੀ ਆ ਧਿਆਨ ਤੇ ਮੇਰਾ ਸ਼ਗੁਫਤੇ ਵਾਲੇ ਪਾਸੇ ਲੱਗ ਜਾਂਦਾ, ਸ਼ਗੁਫਤੇ ਵਾਲੇ ਪਾਸੇ ਆਉਣੀ ਆ ਤੇ ਮੇਰਾ ਧਿਆਨ ਜਿਹੜਾ ਖੰਡਿਤ ਹੋ ਜਾਂਦਾ ਸਾੜੀ ਵਾਲੇ ਪਾਸੇ ਜੀ। ਜੋ ਕਲਾਕਾਰ ਇਹਨਾਂ ਚੀਜ਼ਾਂ ਦੇ ਉਹ ਨਹੀਂ ਹੁੰਦੇ। ਕਲਾਕਾਰ ਤਾਂ ਇੱਕ ਬੇਪਰਵਾਹ ਮਸਤ ਮੌਲੇ ਫਕਰ ਫਕੀਰ ਜਿਹੜੀ ਅੰਦਰਲੀ ਦਿਲਚਸਪੀ ਆ ਉਹਦੇ 'ਚ ਹੀ ਦਿਲਚਸਪੀ ਰੱਖਦੇ ਆ, ਬਾਹਰ ਦੀ ਦਿਲਚਸਪੀ ਨਾਲ ਕੋਈ ਦਿਲਚਸਪੀ ਨਹੀਂ ਰੱਖਦੇ। ਫਿਰ ਇਹ ਇਦਾਂ ਦੀਆਂ ਉਹਦੀ ਜ਼ਿੰਦਗੀ ਦੀਆਂ ਇੰਨੀਆਂ ਘਟਨਾਵਾਂ ਹੈ ਕਿ ਜਦੋਂ ਬਾਹਰਲੇ ਮੁਲਕਾਂ 'ਚ ਜਾਂਦੀ ਹੈ ਉੱਥੇ ਨੂੰ ਗੋਰੇ ਵੀ ਸੁਣਨ ਆਉਂਦੇ ਆ ਜੀ। ਤੇ ਉੱਥੇ ਉਹ ਫਿਰ ਜਦੋਂ ਅੰਗਰੇਜ਼ੀ ਬੋਲਦੇ ਉਹਨਾਂ ਗੱਲਾਂ ਕਰਦੇ ਅੰਗਰੇਜ਼ੀ ਦੇ ਵਿੱਚ ਤੇ ਉਹ ਬੜੀ ਹੈਰਾਨ ਹੁੰਦੀ ਹੈ। ਉਹ ਕਹਿੰਦੀ ਮੈਂ ਯੈਸ ਨੋ ਕਹਿਣਾ ਸਿੱਖ ਗਈ, ਕੀ ਬਾਤ। ਇਹ ਤੋਂ ਵੱਧ ਨਹੀਂ ਮੈਨੂੰ ਕੋਈ ਆਉਂਦਾ ਸੀ। ਫਿਰ ਉਹਨੂੰ ਉਹਦੇ ਜਿਹੜੇ ਪ੍ਰਮੋਟਰ ਸੀ ਉਹ ਕਹਿੰਦੇ ਸੌਰੀ ਐਕਸਕਿਊਜ਼ ਮੀ ਕਹਿਣਾ ਵੀ ਸਿੱਖੋ। ਫਿਰ ਕਹਿੰਦੀ ਉਹ ਸੌਰੀ ਤਾਂ ਕਹਿ ਦਿਆ ਕਰਾਂ, ਐਕਸਕਿਊਜ਼ ਮੀ ਨਾ ਕਹਿਣਾ ਆਇਆ ਕਰੇ। ਸੋ ਮਤਲਬ ਇਦਾਂ ਦੇ ਕਲਾਕਾਰਾਂ ਦੀ ਜਿਹੜੀ ਬਿਰਤੀ ਹੈ ਜੀ ਉਹ ਸਿਰਫ ਸੁਰ ਨਾਲ ਸੀ, ਨਾ ਕਿ ਕਿਤੇ ਹੋਰ। ਨਿੰਦਰ ਜੀ, ਜਦੋਂ ਅਸੀਂ ਉਹਨਾਂ ਨੂੰ ਸੁਣਦੇ ਹਾਂ ਤੇ ਉਹ ਬਹੁਤ ਉੱਚੀ ਆਵਾਜ਼ ਦੇ ਤੇ ਬਹੁਤ ਪੱਕੇ ਹੋਏ ਸੁਰ ਦੀ ਗਾਇਕ ਆ, ਖੁੱਲਾ ਗਾਉਂਦੇ ਆ। ਪਰ ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ ਤੇ ਫਿਰ ਉਹ ਕਹਿੰਦੇ ਆ ਕਿ ਉਹਨਾਂ ਨੇ ਕਿਸੇ ਤੋਂ ਸਿੱਖਿਆ ਨਹੀਂ। ਇਹ ਕਿਹੋ ਜਿਹਾ ਪ੍ਰਮਾਤਮਾ ਦਾ ਗਿਫਟ ਸੀ ਜਾਂ ਖੁਦਾ ਦੀ ਕਿਆ ਕਰਾਮਾਤ ਸੀ ਉਹਨਾਂ ਤੇ ਕਿ ਉਹਨਾਂ ਨੇ ਕਿਸੇ ਤੋਂ ਨਹੀਂ ਸਿੱਖਿਆ ਫਿਰ ਵੀ ਉਹ ਐਡਾ ਸੋਹਣਾ ਗਾਉਂਦੇ ਰਹੇ? ਬੜੇ ਬੜੇ ਹੋਏ ਆ ਬੰਦੇ। ਅੱਛਾ ਜੀ। ਉਹਨਾਂ ਨੇ ਮਨੋ ਮਨੀ ਕਿਸੇ ਨੂੰ ਮੁਰਸ਼ਿਦ ਮੰਨ ਲਿਆ, ਪਰ ਟੈਕਨੀਕਲੀ ਤਕਨੀਕੀ ਤੌਰ ਤੇ ਜਾਂ ਰਸਮੀ ਤੌਰ ਤੇ ਕਿਤੋਂ ਨਹੀਂ ਸਿੱਖਿਆ। ਬਹੁਤ ਸਾਰੇ ਬੰਦੇ ਹੈਗੇ ਸਾਡੇ ਪੰਜਾਬੀ ਭਾਰਤੀ ਸੰਗੀਤ ਜਗਤ ਵਿੱਚ ਵੀ, ਪੰਜਾਬੀ ਜਗਤ ਵਿੱਚ ਵੀ ਇਵੇਂ ਹੀ ਇਹਦਾ ਹਾਲ ਸੀ। ਸਿੱਖਦੀ ਤਾਂ ਜੇ ਉਹਨਾਂ ਦਾ ਕੋਈ ਟਿਕਾਣਾ ਹੁੰਦਾ ਜਾਂ ਕੋਈ ਉਸਤਾਦ ਮਿਲ ਜਾਂਦਾ। ਉਦੋਂ ਉਹਨਾਂ ਵੇਲਿਆਂ ਦੇ ਵਿੱਚ ਤਾਂ ਕੋਈ ਆਪਣੀਆਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਸੀ ਨਿਕਲਣ ਦਿੰਦਾ ਜੀ। ਉਸਤਾਦਾਂ ਕੋਲੇ ਭੇਜਣਾ ਤਾਂ ਬਹੁਤ ਦੂਰ ਦੀ ਗੱਲ। ਸਾਡੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਵੀ ਐਡੀਆਂ ਵੱਡੀਆਂ ਉਦੋਂ ਸਮੱਸਿਆਵਾਂ ਆਈਆਂ ਜੀ। ਉਦੋਂ ਕੁੜੀਆਂ ਨੂੰ ਬਾਹਰ ਭੇਜਣਾ, ਗਾਉਣਾ ਸਿਖਾਉਣ ਵਾਸਤੇ ਭੇਜਣਾ ਇੱਕ ਵੱਡੀ ਬਹੁਤ ਜ਼ਿਆਦਾ ਹਕਾਰਤ ਵਾਲੀ ਨਜ਼ਰ ਨਾਲ ਵੇਖਿਆ ਜਾਂਦਾ ਸੀਗਾ। ਠੀਕ ਹੈ ਨਾ। ਇਸ ਕਰਕੇ ਇਹਨੂੰ ਜੋ ਵੀ ਇਹਨੇ ਆਪਣੇ ਅਭਿਆਸ ਨਾਲ ਜਾਂ ਆਪਣੇ ਗਲੇ ਦਾ ਕੁਦਰਤੀ ਕੰਠ ਜਿਹੜਾ ਮਧੁਰ ਕੰਠ ਸੀ ਉਹਦੇ ਨਾਲ ਹੀ ਇਹਨੇ ਸਾਰਾ ਕੁਝ ਆਪਣੇ ਆਪ ਸੋਧਿਆ ਸਾਧਿਆ। ਜੀ। ਤੇ ਗੱਲਾਂ ਅਸੀਂ ਕਰਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਰੇਸ਼ਮਾ ਦੀ ਭਾਰਤ ਫੇਰੀ ਦੀਆਂ। ਇੱਕ ਵਾਰੀ ਉਹ ਭਾਰਤ ਆਏ ਤੇ ਇੱਥੇ ਉਹਨਾਂ ਨਾਲ ਬਹੁਤ ਕੁਝ ਵਾਪਰਿਆ, ਬੜੀਆਂ ਘਟਨਾਵਾਂ ਹੋਈਆਂ, ਬੜੀਆਂ ਗੱਲਾਂ ਹੋਈਆਂ। ਬੰਬੇ ਤੋਂ ਲੈ ਕੇ ਦਿੱਲੀ ਤੱਕ, ਦਿੱਲੀ ਤੋਂ ਰਾਜਸਥਾਨ ਆਪਣੇ ਪਿੰਡ ਤੱਕ, ਅਜਮੇਰ ਸ਼ਰੀਫ ਤੱਕ ਉਹਨਾਂ ਨੇ ਬਹੁਤ ਕੁਝ ਹੋਇਆ। ਇੱਥੇ ਬਹੁਤ ਸਾਰੇ ਵੱਡੇ ਵੱਡੇ ਲੋਕਾਂ ਨੇ ਉਹਨਾਂ ਦੇ ਸਤਿਕਾਰ ਲਈ ਕੁਝ ਕੀਤਾ। ਨਿੰਦਰ ਜੀ, ਇਹ ਰਾਜਸਥਾਨ ਦਾ ਜਨਮ ਸੀ ਤੇ ਬੋਲੀ ਇਹਨਾਂ ਦੀ ਪੰਜਾਬੀ ਸੀ ਜਾਂ ਰਾਜਸਥਾਨੀ ਸੀ, ਪਰ ਜਿਹੜਾ ਉਹਨਾਂ ਨੇ ਗਾਇਆ ਬਹੁਤਾ ਉਹ ਪੰਜਾਬੀ 'ਚ ਆ। ਤੇ ਉਹ ਫਿਰ ਉਹਨਾਂ ਨੇ ਕਦੀ ਪੰਜਾਬ ਵੀ ਆਉਣਾ ਹੋਇਆ ਉਹਨਾਂ ਦਾ? ਰਾਜਸਥਾਨੀ ਗੀਤ ਗਾਉਂਦੀ ਰਹੀ ਬਹੁਤ ਵਾਰੀ, ਪਧਾਰੋ ਮੋਰੋ ਦੇਸ਼। ਮੋਰੋ ਦੇਸ਼। ਠੀਕ ਹੈ। ਔਰ ਪੰਜਾਬ ਜਦੋਂ ਆਈ ਹੈ 2005 'ਚ, ਜਦੋਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਸੁਖਾਵੇਂ ਹੋਣ ਲੱਗੇ ਤੇ ਉਧਰੋਂ ਇੱਕ ਸਾਂਝੀ ਬੱਸ ਸੇਵਾ ਸ਼ੁਰੂ ਹੋਈ ਜੀ। ਉਧਰੋਂ ਬੰਦੇ ਇੱਧਰ ਆਉਣ ਲੱਗੇ, ਸਾਡੇ ਪਿਆਰੇ ਅਦੀਬ, ਫਨਕਾਰ, ਲਿਖਾਰੀ, ਕਲਾਕਾਰ, ਖਿਡਾਰੀ ਇੱਧਰਲੇ ਉੱਧਰ ਜਾਣ ਲੱਗੇ ਜੀ। ਠੀਕ ਹੈ। ਤੇ ਉਦੋਂ ਜਦੋਂ ਇਹ ਉਤਰੀ ਆ ਕੇ ਅਟਾਰੀ ਤੇ ਬੜਾ ਹਜ਼ੂਮ ਇਕੱਠਾ ਹੋਇਆ ਰੇਸ਼ਮਾ ਨੂੰ ਵੇਖਣ ਵਾਸਤੇ। ਤੇ ਜਦੋਂ ਬਾਹਰ ਨਿਕਲੀ ਤੇ ਬਹੁਤ ਲੋਕਾਂ ਨੇ ਝੁਰਮਟ ਪਾ ਲਿਆ, ਫੋਟੋਆਂ ਖਿਚਾਉਣ ਲੱਗੇ। ਤੇ ਉਦੋਂ ਉਹਨੂੰ ਕਿਹਾ ਵੀ ਤੂੰ ਕੁਛ ਗਾ ਕੇ ਸੁਣਾ। ਬੱਸ 'ਚੋਂ ਉਤਰਦੀ ਨੂੰ ਹੀ ਇੰਨੇ ਪਿਆਰ ਕਰਦੇ ਸੀ ਇੱਧਰ ਵੀ ਉੱਧਰ ਵੀ ਲੋਕ, ਹੈ ਨਾ ਜੀ। ਫਿਰ ਉਹਨੇ ਉੱਥੇ ਉਹੀ ਆਇਓ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ। ਫਿਰ ਕੁਛ ਬੋਲ ਉਹਨੇ ਉੱਠ ਗਏ ਗੁਆਂਢੋਂ ਯਾਰ ਰੱਬਾ ਹੁਣ ਕੀ ਕਰੀਏ ਵੰਡ ਦੇ ਉੱਤੇ ਜੀ ਸੁਣਾਇਆ। ਪਰ ਕੁਛ ਲੇਖਕਾਂ ਨੇ ਲਿਖਿਆ ਕਿ ਉਹਦਾ ਚਿਹਰਾ ਜਿਵੇਂ ਪਹਿਲਾਂ ਚਮਕਦਾ ਹੁੰਦਾ ਸੀ, ਦਮਕਦਾ ਹੁੰਦਾ ਸੀ, ਉਵੇਂ ਨਹੀਂ ਸੀ। ਹੁਣ ਉਹਦਾ ਚਿਹਰਾ ਜਿਹੜਾ ਸੀ ਉਹ ਝੁਰੜੀਆਂ ਨਾਲ ਭਰ ਚੁੱਕਾ ਸੀ ਤੇ ਸਰੀਰਕ ਪੱਖੋਂ ਫਿਜ਼ੀਕਲੀ ਉਹ ਵੀਕ ਹੋ ਚੁੱਕੀ ਸੀ ਜੀ। ਔਰ ਉਸੇ ਵੇਲੇ ਹੀ ਇੰਦਰ ਕੁਮਾਰ ਗੁਜਰਾਲ ਜਿਹੜੇ ਸਾਡੇ ਪ੍ਰਧਾਨ ਮੰਤਰੀ ਰਹੇ, ਕਲਾ ਦੀ ਬੜੀ ਕਦਰ ਕਰਦੇ ਸੀ ਜੀ। ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇੱਕ ਤਸਵੀਰ ਆ, ਉਹ ਮੇਰੀ ਕਈ ਕਿਤਾਬਾਂ 'ਚ ਛਪੀ ਹੋਈ ਹੈ ਜੀ। ਔਰ ਉਸ ਤਸਵੀਰ ਦੇ ਵਿੱਚ ਵੀ ਉਹਦਾ ਜਿਹੜਾ ਹੈ ਚਿਹਰਾ ਮੋਹਰਾ ਉਹ ਬੜਾ ਢਲਿਆ ਤੇ ਢਲਕਿਆ ਹੋਇਆ ਨਜ਼ਰ ਆਉਂਦਾ। ਉਸ ਤਸਵੀਰ 'ਚ ਉਦੋਂ ਉਹਨੂੰ ਇੱਥੇ ਸਨਮਾਨਿਤ ਵੀ 2005 'ਚ ਕੀਤਾ ਗਿਆ। ਇਹ 2005 'ਚ ਉਹ ਹੋਰ ਵੀ ਕਈ ਥਾਵਾਂ ਦੇ ਉੱਤੇ ਉਮਰ ਦਾ ਅਸਰ ਤੇ ਹਰ ਚੀਜ਼ ਤੇ ਹੁੰਦਾ ਹੀ ਆ। ਬਜ਼ੁਰਗ ਭਾਵੇਂ ਹੋ ਗਏ ਸੀ ਪਰ ਫਿਰ ਵੀ ਉਹ ਪੰਜਾਬ ਆਏ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਪੂਰਾ ਮਾਣ ਸਤਿਕਾਰ ਮਿਲਿਆ। ਉਹਨਾਂ ਦੀ ਉਮਰ ਢਲ ਗਈ ਸੀ ਪਰ ਉਹਨਾਂ ਦਾ ਜਿਹੜਾ ਦਬਦਬਾ ਸੀ ਤੇ ਮਾਣ ਸਤਿਕਾਰ ਜਿਹੜਾ ਸੀ ਪ੍ਰਸ਼ੰਸਕਾਂ 'ਚ ਕਾਇਮ ਸੀ ਤੇ ਪੰਜਾਬ ਫੇਰੀ ਉਹਨਾਂ ਦੀ ਵਧੀਆ ਰਹੀ। ਤੇ ਹੁਣ ਆਪਾਂ ਗੱਲ ਕਰਨੀ ਹੈ ਇੱਕ ਬ੍ਰੇਕ ਤੋਂ ਬਾਅਦ ਉਹਨਾਂ ਦੀ 82-83 ਵਾਲੀ ਭਾਰਤ ਫੇਰੀ ਦੀ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ।
ਸਵਾਗਤ ਹੈ ਜੀ ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ। ਤੇ ਗੱਲਾਂ ਅਸੀਂ ਕਰੀ ਜਾਂਦੇ ਆ ਰੇਸ਼ਮਾਂ ਦੀਆਂ। ਆਖਰੀ ਪੜਾਅ ਤੇ ਆ ਗਿਆ ਪ੍ਰੋਗਰਾਮ ਤੇ ਅਸੀਂ ਹੁਣ ਗੱਲ ਕਰਨੀ ਆ ਜਦੋਂ ਉਹ 1982 ਦੇ ਵਿੱਚ ਭਾਰਤ ਆਏ, ਜਦੋਂ ਬੰਬੇ ਉਹ ਪਹੁੰਚੇ ਤੇ ਕਿਹੋ ਜਿਹਾ ਮਾਹੌਲ ਵੱਜਾ। ਜਿਹਨੂੰ ਪਤਾ ਲੱਗਦਾ ਸੀ ਉਹੀ ਰੇਸ਼ਮਾ ਨੂੰ ਮਿਲਣ ਲਈ ਦੌੜੀ ਜਾਂਦਾ ਸੀ। ਗੱਲ ਇਹ ਆ ਵੀ ਇਦਾਂ ਦੇ ਫਨਕਾਰ ਨਾ ਬਹੁਤ ਘੱਟ ਆਉਂਦੇ ਆ ਜੀ। ਕਦੇ ਕਦੇ। ਹੁਣ ਉਸਤਾਦ ਯਮਲਾ ਜੱਟ ਲੈਲਪੁਰ ਦੇ ਸੀ, ਟੋਬਾ ਟੇਕ ਸਿੰਘ, ਪਰ ਇੱਕ ਵਾਰੀ ਵੀ ਤਰਸਦਾ ਰਿਹਾ ਬੰਦਾ ਜਾਣ ਨੂੰ ਉਧਰ, ਜੀ ਸਬੱਬ ਨਹੀਂ ਬਣਿਆ। ਐਸੀ ਲਕੀਰ ਅੰਗਰੇਜ਼ ਖਿੱਚ ਗਏ। ਕਲਾ ਦੇ ਵਿੱਚ ਲਕੀਰਾਂ ਤਾਂ ਨਹੀਂ ਪਾਈਆਂ ਜਾ ਸਕਦੀਆਂ ਕਿਉਂਕਿ ਆਵਾਜ਼ ਕਿਸੇ ਦੀ ਮੁਹਤਾਜ ਨਹੀਂ ਹੁੰਦੀ ਜੀ, ਪਰ ਨਹੀਂ ਜਾ ਸਕੇ। ਸਰੀਰਕ ਤੌਰ ਤੇ ਉੱਥੇ ਜਾਣ ਲਈ ਉਹ ਫਿਰ ਪਰੇਸ਼ਾਨ ਤਾਂ ਰਹੇ। ਪਰੇਸ਼ਾਨ ਜੀ। ਰੇਸ਼ਮਾ ਨੂੰ ਇਹ ਪਰੇਸ਼ਾਨੀ ਨਹੀਂ ਹੋਈ। ਨਹੀਂ ਹੋਈ। ਆਏ ਜਦੋਂ ਆਏ ਤਾਂ ਉਹਨੂੰ ਉਮੜ ਕੇ ਪੈ ਗਏ ਸਾਰੇ, ਜੀ, ਦੂਰ ਦਰਾਡੇ ਦੇ ਲੋਕ। ਔਰ ਬਲਵੰਤ ਗਾਰਗੀ ਨੇ ਉਹਦੇ ਬਾਰੇ ਜਿਹੜਾ ਲਿਖਿਆ ਬੜਾ ਕਮਾਲ ਦਾ, ਮੇਰੀ ਕਿਤਾਬ ਹੈ ਇੱਕ, ਜੀ, ਸੁਰ ਸੰਗੀਤ ਦੀਆਂ ਯਾਦਾਂ, ਇਹਦੇ ਵਿੱਚ ਬੜਾ ਕਮਾਲ ਦਾ ਗਾਰਗੀ ਲਿਖਦਾ, ਬਹੁਤ ਕਮਾਲ। ਔਰ ਮੈਂ ਇਹ ਸਮਝਦਾ ਕਿ ਰੇਸ਼ਮਾ ਬਾਰੇ ਜਿਹੜਾ ਹੁਣ ਤੱਕ ਪੰਜਾਬੀ 'ਚ ਜਿਹੜਾ ਲਿਖਿਆ ਗਿਆ ਸਰਵੋਤਮ ਰੇਖਾ ਚਿੱਤਰੀ ਹੈ ਜੀ। ਉਹ 'ਚੋਂ ਇੱਕ ਹਿੱਸਾ ਹੈ, ਸਰਦੀਆਂ ਦੀ ਰਾਤ ਸੀ ਤੇ ਬਾਰਿਸ਼ ਹੋ ਰਹੀ ਸੀ, ਘੰਟੀ ਵੱਜੀ ਤਾਂ ਨੌਕਰ ਨੇ ਵਿਹੜੇ ਵਾਲਾ ਦਰਵਾਜ਼ਾ ਖੋਲ੍ਹਿਆ। ਮੈਂ ਭਾਰੀ ਕਦਮਾਂ ਦੀ ਠੱਪ ਠੱਪ ਸੁਣੀ ਤੇ ਇੱਕ ਗੂੰਜਦਾਰ ਆਵਾਜ਼ ਬਾਹਰ ਨਿਕਲਿਆ ਤਾਂ ਦੇਖਿਆ ਰੇਸ਼ਮਾ ਤੇ ਹਾਜੀ ਸਾਹਿਬ ਖੜੇ ਸਨ ਬਰਾਮਦੇ 'ਚ। ਜੀ। ਰੇਸ਼ਮਾ ਨੇ ਮੈਨੂੰ ਗਲੇ ਲਗਾਇਆ ਤੇ ਬੋਲੀ, ਅਸੀਂ ਤਾਂ ਟੱਪਰੀ ਵਾਸ ਹਾਂ, ਕਦੇ ਇੱਥੇ ਤੇ ਕਦੇ ਉੱਥੇ। ਹੁਣੇ ਸਿੱਧੇ ਜਲੰਧਰ ਤੇ ਲੁਧਿਆਣੇ ਤੋਂ ਆ ਰਹੇ ਹਾਂ, ਤੁਹਾਡੇ ਚੰਦਰੇ ਪੰਜਾਬ ਤੋਂ। ਕੀ ਬਾਤ ਹੈ। ਖਿਜੀ ਹੋਈ ਸੀ। ਕੋਈ ਥਾਂ ਟਿਕਾਣਾ ਨਹੀਂ ਸੀ ਸਾਡਾ। ਸੋਚਿਆ ਕਿੱਥੇ ਰਾਤ ਕੱਟੀਏ, ਬਸ ਤੁਹਾਡੇ ਕੋਲ ਆ ਗਏ ਹਾਂ। ਤੁਹਾਡਾ ਦਿਲ ਬਹੁਤ ਵੱਡਾ ਹੈ ਬਲਵੰਤ ਜੀ। ਜੀ। ਅੱਲਾ ਜਾਣਦਾ ਹੈ, ਅਸਮਾਨ ਜਿੱਡਾ ਦਿਲ ਹੈ ਤੁਹਾਡਾ। ਅੱਲਾ ਦੀ ਬਖਸ਼ਿਸ਼। ਦਿੱਲੀ ਵਿੱਚ ਇਤਨੇ ਅਮੀਰ ਲੋਕ ਵਸਦੇ ਨੇ, ਬੰਗਲਿਆਂ ਵਾਲੇ, ਪਰ ਉਹਨਾਂ ਦੇ ਬੰਗਲਿਆਂ 'ਚ ਮੇਰੇ ਰਹਿਣ ਲਈ ਥਾਂ ਨਹੀਂ। ਉਹਨਾਂ ਦੇ ਕੁੱਤੇ ਮਖਮਲੀ ਗਦੈਲਿਆਂ 'ਤੇ ਸੌਂਦੇ ਨੇ, ਪਰ ਉਹਨਾਂ ਨੂੰ ਆਰਟਿਸਟ ਦੀ ਕਦਰ ਨਹੀਂ। ਖੈਰ, ਅੱਲਾ ਉਹਨਾਂ ਦਾ ਭਲਾ ਕਰੇ। ਜੀ। ਤੋ ਗਾਰਗੀ ਸਾਹਿਬ ਨੇ ਅੰਦਰ ਲਿਆਂਦੇ, ਉਹ ਅੰਦਰ ਲਿਆ ਕੇ ਤੇ ਗੱਦਿਆਂ ਦੇ ਉੱਤੇ ਬਿਠਾਏ। ਗੱਦਿਆਂ 'ਤੇ ਬਿਠਾਏ ਤੇ ਫਿਰ ਆਪਦੇ ਨੌਕਰ ਨੂੰ ਕਿਹਾ ਵੀ ਬਿਰਿਆਨੀ ਲਿਆ ਤੇ ਫੁਲਕੇ ਰੜੇ ਲਿਆ, ਮਹਾਂ ਛੋਲਿਆਂ ਦੀ ਦਾਲ ਲਿਆ, ਨਾਲ ਹਰੀਆਂ ਮਿਰਚਾਂ ਲਿਆ। ਫਿਰ ਉਹਨਾਂ ਦੀ ਉਹਦੀ ਸੇਵਾ ਕੀਤੀ। ਫਿਰ ਉਹ ਬੰਬੇ ਕਈ ਦਿਨ ਰਹੇ ਤੇ ਗਾਰਗੀ ਸਾਹਿਬ ਨੇ ਆਪਦੇ ਘਰੇ ਛੋਟੀ ਮੋਟੀ ਮਹਿਫਲ ਦੇ ਵਿੱਚ ਉਹਨਾਂ ਨੂੰ ਸੱਦ ਕੇ, ਕਾਫੀ ਬੰਦੇ ਸੱਦ ਕੇ ਉੱਥੇ ਉਹਨਾਂ ਨੂੰ ਸੁਣਿਆ ਤੇ ਉਹਨਾਂ ਦਾ ਮਾਣ ਤਾਣ ਵੀ ਕੀਤਾ। ਜੀ। ਦਲੀਪ ਕੁਮਾਰ ਜਦੋਂ ਇਹ ਬੰਬੇ ਆਏ ਆ, ਕਪੂਰਥਲਾ ਦੀ ਰਾਜਕੁਮਾਰੀ ਅਨੀਤਾ ਸਿੰਘ, ਉਹਨੇ ਹੀ ਗਾਰਗੀ ਨੂੰ ਵੀ ਦੱਸਿਆ ਕਿ ਰੇਸ਼ਮਾ ਆਈ ਆ, ਤੇ ਫਿਰ ਦਲੀਪ ਕੁਮਾਰ ਨੇ ਬਹੁਤ ਵੱਡੀ ਪਾਰਟੀ ਉਹਨਾਂ ਦੇ ਸਨਮਾਨ 'ਚ ਦਿੱਤੀ। ਬੰਬੇ ਦਲੀਪ ਕੁਮਾਰ ਸਾਹਿਬ ਨੇ ਪਾਰਟੀ ਕੀਤੀ ਜੀ। ਰਾਜ ਕਪੂਰ ਸਾਹਿਬ ਨੇ ਵੱਡੀ ਪਾਰਟੀ ਕੀਤੀ। ਈਵਨ ਕਿ ਜਿਹੜੇ ਹੋਟਲ 'ਚ ਠਹਿਰੀ, ਉੱਥੋਂ ਹੋਟਲ 'ਚ ਚੁੱਕ ਕੇ ਬੜੇ ਆਲੀਸ਼ਾਨ ਹੋਟਲ 'ਚ ਲੈ ਕੇ ਗਿਆ, ਉਹਦਾ ਸਾਰਾ ਖਰਚਾ ਉਹਨੇ ਕੀਤਾ। ਜੀ। ਪ੍ਰਾਣ ਸਾਹਿਬ ਨੇ ਪਾਰਟੀ ਕੀਤੀ, ਅਮਜਦ ਖਾਨ ਸਾਹਿਬ ਨੇ ਪਾਰਟੀ ਕੀਤੀ, ਜੀ। ਲਤਾ ਮੰਗੇਸ਼ਕਰ ਜੀ ਮਿਲੇ, ਜੀ। ਔਰ ਇੰਦਰਾ ਗਾਂਧੀ ਦੇ ਘਰ ਉਹ। ਇਹ ਇੱਕ ਵੱਡਾ ਹੋਰ ਕਿੱਸਾ ਆ ਕਿ ਉਹ ਬੰਬੇ ਤੋਂ ਫਿਰ ਦਿੱਲੀ ਕਿੱਦਾਂ ਪਹੁੰਚੇ। ਉੱਥੇ ਫਿਰ ਗਾਰਗੀ ਸਾਹਿਬ ਨੇ ਇਹਨਾਂ ਦੀ ਇੰਟਰਵਿਊ ਵੀ ਕੀਤੀ, ਜਿਹੜਾ ਉਹਨਾਂ ਨੇ ਆਪਣੇ ਰੇਖਾ ਚਿੱਤਰ 'ਚ ਲਿਖਿਆ। ਤੇ ਬੰਬੇ ਦੇ ਵਿੱਚ ਇਵੇਂ ਵੀ ਹੋਇਆ ਨਾ, ਫਿਰ ਜਦੋਂ ਦਲੀਪ ਕੁਮਾਰ ਦੀ ਪਾਰਟੀ 'ਚ ਸੁਭਾਸ਼ ਘਈ ਨੇ ਉਦੋਂ ਹੀਰੋ ਬਣਾਉਣੀ ਸੀ ਤੇ ਸੁਭਾਸ਼ ਘਈ ਨੇ ਉਹਨੂੰ ਗਾਉਂਦੇ ਸੁਣਿਆ ਤੇ ਫਿਰ ਉਹਨੇ ਜੋੜ ਤੋੜ ਲਾ ਕੇ ਉੱਥੇ ਤੱਕ ਪਹੁੰਚਿਆ ਕਿ ਮੇਰਾ ਇੱਕ ਗੀਤ ਕਰੋ। ਉਹ ਕਹਿੰਦੀ ਵੀ ਸਟੂਡੀਓ ਚੱਲੋ, ਕਹਿੰਦਾ ਮੇਰੇ ਨਾਲ ਇੱਕ ਗੀਤ ਕਰੋ। ਹਾਂ, ਉਹ ਕਹਿੰਦੀ ਸਟੂਡੀਓ ਕੋ ਨਹੀਂ ਜਾਣਾ, ਇੱਥੇ ਸੈੱਟ ਸੁੱਟ ਲਾ ਲਓ, ਇੱਥੇ ਕਰ ਲਓ। ਲੰਬੀ ਜੁਦਾਈ। ਕੀ ਬਾਤ ਹੈ। ਠੀਕ ਨਾ, ਹੀਰੋ ਦੇ ਵਿੱਚ। ਔਰ ਉਹ ਕਿੰਨਿਆਂ ਨੇ ਸੁਣਿਆ ਹੈਗਾ ਜੀ। ਰੇਸ਼ਮਾ ਮਸ਼ਹੂਰ ਹੋ ਗਈ ਲੰਬੀ ਜੁਦਾਈ ਵਾਲੀ ਰੇਸ਼ਮਾ। ਬਿਲਕੁਲ। ਔਰ ਉਹ ਡੁੱਬ ਕੇ ਇੰਨੀ ਡੀਪਲੀ, ਇੰਨੀ ਸ਼ਿੱਦਤ, ਦਰਦ, ਪੀੜ, ਰੁਦਨ ਦੇ ਵਿੱਚ ਉਹਨੇ ਗਾਇਆ ਸੀਗਾ। ਜੀ। ਉਦੋਂ ਬਾਅਦ ਜਿਹੜੀ ਉਹਦੀ ਫੇਰੀ ਦੀ ਯਾਦਾਂ ਨੇ ਬੰਬੇ ਦੀਆਂ ਤੇ ਇੰਦਰਾ ਗਾਂਧੀ ਦੇ ਘਰ ਜਾਣ ਦੀਆਂ, ਜੀ, ਉਹ ਬੜੀਆਂ ਕਮਾਲ ਹੈ। ਬੰਬੇ ਤੋਂ ਫਿਰ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਤੁਹਾਨੂੰ ਜਿਹੜੀ ਭਾਰਤ ਦੀ ਸਦਰ ਆ, ਭਾਰਤ ਦੀ ਪ੍ਰਧਾਨ ਮੰਤਰੀ, ਤੁਹਾਨੂੰ ਸੁਣਨਾ ਚਾਹੁੰਦੇ ਆ। ਤੇ ਫਿਰ ਉਹਨਾਂ ਨੇ ਦੱਸਿਆ, ਗਾਰਗੀ ਨੂੰ ਵੀ ਕਿਹਾ ਕਿ ਤੂੰ ਸਾਡੇ ਨਾਲ ਚੱਲ, ਸਦਰ ਨੇ ਸਾਨੂੰ ਸੱਦਿਆ। ਤੇ ਉਹ ਇੰਨੇ ਸਾਦਾ ਸੀ, ਉਹ ਗਾਰਗੀ ਸਾਹਿਬ ਵੀ ਉਹਦੇ ਲਈ ਲਿਖਦੇ ਆ ਕਿ ਉਹ ਬਹੁਤ ਖੁਸ਼ ਸੀ ਤੇ ਬਹੁਤ ਮਾਣ ਮਹਿਸੂਸ ਕਰਦੀ ਸੀ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਲਈ ਗਾ ਰਹੀ ਹਾਂ। ਬਿਲਕੁਲ। ਔਰ ਗਾਰਗੀ ਸਾਹਿਬ ਨੂੰ ਜਦੋਂ ਅਨੀਤਾ ਰਾਣੀ ਉੱਥੋਂ ਦੀ, ਅਨੀਤਾ ਸਿੰਘ ਜੀ ਕਪੂਰਥਲਾ, ਜੀ,
ਉਹਨਾਂ ਨੇ ਜਦੋਂ ਸੰਪਰਕ ਕੀਤਾ ਉਹ ਕਹਿੰਦਾ ਵੀ ਹੁਣ ਤਾਂ ਅਜਮੇਰ ਸ਼ਰੀਫ ਜਾਣਾ ਸੀ ਚਾਦਰ ਚੜਾਉਣ ਜੀ ਆਪਣੇ ਵੱਡੇ ਵਡੇਰਿਆਂ ਦੇ। ਜੀ 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 ਤੇ ਮੈਂ ਪਤਾ ਕਰਦਾ, ਉਦੋਂ ਆ ਮੋਬਾਈਲ ਫੋਨ ਕਿਹੜੇ ਸੀ। ਜੀ ਉਹਨੇ ਹੋਟਲ ਫੋਨ ਕੀਤਾ, ਪਤਾ ਲੱਗਿਆ ਉਹ ਕਹਿੰਦੇ ਹੋਟਲ 'ਚ ਹੀ ਹੈ। ਜੀ ਉਹ ਫਿਰ ਹੋਟਲ 'ਚ ਗਿਆ, ਉਹਨੂੰ ਫਿਰ ਕਿਹਾ ਵੀ ਤੈਨੂੰ ਇੰਦਰਾ ਗਾਂਧੀ ਨੇ ਯਾਦ ਕੀਤਾ, ਜੀ ਤੇ ਉਹ ਬੜੀ ਖੁਸ਼ ਹੋਈ ਵੀ ਪ੍ਰਧਾਨ ਮੰਤਰੀ ਨੇ ਮੈਨੂੰ ਸੱਦਿਆ। ਫਿਰ ਜਦੋਂ ਉਹਦੇ ਘਰੇ ਮਹਿਫਲ ਹੁੰਦੀ, ਬਜ਼ਮ ਹੁੰਦੀ ਹੈ, ਜੀ ਸੋਨੀਆ ਗਾਂਧੀ ਵੀ ਉੱਥੇ ਬੈਠੀ ਹੈ, ਜੀ ਹੋਰ ਬੜੇ ਬੜੇ ਕੁਲਦੀਪ ਨਈਅਰ ਹੈ, ਖੁਸ਼ਵੰਤ ਸਿੰਘ ਹੈ, ਜੀ ਗਾਰਗੀ ਹੈ, ਕਰਤਾਰ ਸਿੰਘ ਦੁੱਗਲ ਹੈ। ਔਰ ਇੰਦਰਾ ਗਾਂਧੀ ਦੇ ਘਰ ਗਾਉਣ ਤੋਂ ਪਹਿਲਾਂ ਚਾਹ ਪਰੋਸੀ ਜਾ ਰਹੀ ਸੀ, ਜੀ ਤੇ ਰੇਸ਼ਮਾ ਦੀ ਸੁਤਾ ਜਿਹੜੀ ਆ ਉਹ ਗਾਣੇ ਵੱਲ ਕੇਂਦਰਿਤ ਸੀ, ਰੂਹ ਵੱਲ। ਤਾਂ ਇੰਦਰਾ गांधी कहने लगी कि पहले चाय पी लीजिए। जी वो कहती चाय तो रोज़ पीते हैं, अब चाय की तरफ मेरा ख्याल नहीं जा रहा, अब तो गाने की तरफ जा रहा है। वो फिर उन्हें कहा इंदिरा गांधी ने भी अपने को बड़ा वक्त है, आप गा लांगे, पहला चाह पी लो। जी कहती ना, उत्थे ही सोफे साफे जे लगे हुए सी, ते उन्हें जो गाया AC बुझाते, पखे बंद करते, जी ते एक सन्नाटा छा गया एडे एडे बंदियां दे विच। जदों उन्हें अलाप लिया, हीर आखदी योगिया कौन आखे, झूठ आखे, या फिर उही नहीं हो लगदा दिल मेरा, जी ते या फिर उही उठ गए गवांढों यार ते रब्बा हुण की करिए। उन्हें ना खुश हो के आपदी बड़ी कीमती घड़ी जिहड़ी है रेशमा नूं गिफ्ट कीती। जी और जिथे भी गई फिर ओह जी इंटरव्यू ਹੁੰਦੀਆਂ ਰਹੀਆਂ, जी ਤੇ ਇੰਦਰਾ ਗਾਂਧੀ ਦੀ ਘੜੀ ਦਾ ਜ਼ਿਕਰ ਉਹ ਕਰਦੀ ਰਹੀ, जी ਤੇ ਵੀ ਮੈਨੂੰ ਉਹਨੇ ਬੁਲਾ ਕੇ ਸਨਮਾਨ ਕੀਤਾ ਸੀ। ਜੀ ਯਾਨੀ ਉਹਦੇ ਮਨ 'ਚ ਨਾ ਭਾਰਤ ਫੇਰੀ ਦੀਆਂ, ਬੰਬੇ ਫੇਰੀ ਖਾਸ ਕਰਕੇ ਦਿੱਲੀ ਫੇਰੀ ਦੀਆਂ ਯਾਦਾਂ ਜਿਹੜੀਆਂ ਹੈ। ਉਹਦੀ ਸ਼ਾਇਦ ਇਹ ਵੀ ਵਜ੍ਹਾ ਸੀ ਕਿ ਭਾਰਤ ਉਹਨਾਂ ਲਈ ਆਪਣਾ ਹੀ ਮੁਲਕ ਸੀ, ਹਾਂ ਕਿਉਂਕਿ ਉਹਨਾਂ ਤੋਂ ਬਾਅਦ 'ਚ ਵੰਡ ਹੋਈ ਸੀ ਤੇ ਉਹਨਾਂ ਨੂੰ ਇਹ ਆਪਣਾ ਹੀ ਮੁਲਕ ਲੱਗਦਾ ਸੀ। ਉਹ ਤੇ ਇਹ ਵੀ ਗੱਲ ਇਹ ਆ ਕਿ ਉਹ ਪ੍ਰਧਾਨ ਮੰਤਰੀ ਨੇ ਸੱਦਿਆ ਤੇ 20 ਮਿੰਟ ਲਈ ਸੀ, ਪਰ ਉਹ ਜਿਹੜੀ ਉਹ ਫਿਰ ਗਾਉਣ ਦਾ ਜਦੋਂ ਸਿਲਸਿਲਾ ਸ਼ੁਰੂ ਹੋਇਆ, ਜਦੋਂ ਫਿਰ ਸਾਰਾ ਸਿਸਟਮ ਥੰਮ ਗਿਆ ਤੇ ਉਹ 1.5-2 ਘੰਟੇ ਉਹ ਮੁਲਾਕਾਤ ਚੱਲੀ। ਜਦੋਂ ਉਸ ਬਜ਼ਮ ਉਸੇ ਮਹਿਫਲ ਦੇ ਵਿੱਚ ਸੋਨੀਆ ਗਾਂਧੀ ਤੋਂ ਗਾਰਗੀ ਨੇ ਪੁੱਛਿਆ ਤੇ ਉਹ ਸੋਨੀਆ ਗਾਂਧੀ ਨੇ ਕੀ ਦੱਸਿਆ ਰੇਸ਼ਮਾ ਬਾਰੇ? ਉਹਨੇ ਪੁੱਛਿਆ ਵੀ ਤੈਨੂੰ ਕੋਈ ਸਮਝ ਆਈ, ਜੀ ਕਿਉਂਕਿ ਉਹ ਇਟਲੀ ਤੋਂ ਸੀ। ਇਹ ਗੀਤ ਜਿਹੜੇ ਸੀ ਉਹ ਪੰਜਾਬੀ ਦੇ ਸੀ। ਹਾਂ, ਜੀ ਤਾਂ ਸੋਨੀਆ ਗਾਂਧੀ ਨੇ ਕਿਹਾ ਵੀ ਟੇਪਾਂ ਜ਼ਰੂਰ ਹੈਗੀਆਂ, ਜੀ ਹਨਾ, ਉਦੋਂ ਟੇਪ ਕਲਚਰ ਸੀਗਾ, ਜੀ ਜੀ ਤੇ ਆਵਾਜ਼ ਧੂਪ ਆਉਂਦੀ ਹੈ, ਆਵਾਜ਼ ਖਿੱਚਦੀ ਹੈ, ਜੀ ਪਰ ਭਾਸ਼ਾ ਸਮਝ ਨਹੀਂ ਆਉਂਦੀ। ਜੀ ਯਾਰ ਕਹਿਣ ਤੋਂ ਭਾਵ ਕਿ ਗੋਰੇ ਜਿਹੜੇ ਸੀਗੇ, ਗੋਰਿਆਂ ਨੂੰ ਵੀ ਤਾਂ ਭਾਸ਼ਾ ਨਹੀਂ ਸਮਝ ਆਉਂਦੀ ਸੀ, ਉਹਦੀ ਇੱਕ ਲੈ, ਉਹਦਾ ਇੱਕ ਉਤਰਾ, ਇੱਕ ਚੜਾ, ਇੱਕ ਠਹਿਰਾ, ਜੀ ਠੀਕ ਹੈ ਨਾ, ਉਹੀ ਚੀਜ਼ ਜਿਹੜੀ ਕਾਊਂਟ ਕਰਦੀ ਸੀ। ਫਾਰ ਐਗਜ਼ਾਮਪਲ ਨੁਸਰਤ ਸਾਹਿਬ ਜਦੋਂ ਗਾਉਂਦੇ ਸੀ ਤੇ ਸਾਰੇ ਕਮਿਊਨਿਟੀਆਂ ਦੇ, ਮੁਲਕਾਂ ਦੇ ਕਮਿਊਨਿਟੀਆਂ ਦੇ, ਗੋਰੇ ਕੀ ਕਾਲੇ ਕੀ, ਉਹ ਨੱਚਦੇ ਸੀ। ਜੀ ਸਾਈਂ ਜ਼ਹੂਰ ਅਹਿਮਦ ਤੇ ਉਹ ਨੱਚਦੇ ਆ, ਕਾਰਨ ਭਾਸ਼ਾ ਨਹੀਂ ਸਮਝ ਆਉਂਦੀ, ਉਹਦੀ ਅਦਾ, ਉਹਦੀ ਆਵਾਜ਼, ਉਹਦਾ ਰਿਦਮ, ਉਹਦਾ ਅੰਦਾਜ਼, ਉਹਦੀ ਸ਼ੈਲੀ, ਉਹਦਾ ਰੰਗ, ਉਹਦਾ ਰੂਪ, ਉਹਦੇ ਸਾਜ਼, ਹਨਾ, ਉਹਦੇ ਘੁੰਗਰੂ। ਸੰਗੀਤ ਦਾ ਜਾਦੂ ਬੋਲਦਾ। ਬੋਲ ਤੇ ਆਪਾਂ ਨੂੰ ਕੋਲ ਸਮਾਂ ਜਿਹੜਾ ਉਹ ਥੋੜਾ ਰਹਿ ਜਾਣਾ, ਥੋੜੇ ਜਿਹੇ ਸਮੇਂ 'ਚ ਸਾਨੂੰ ਰੇਸ਼ਮਾ ਦੀਆਂ ਵਿਦੇਸ਼ੀ ਯਾਤਰਾ ਬਾਰੇ ਵੀ ਦੱਸੋ। ਬਹੁਤ ਘੁੰਮੇ ਔਰ ਕਮਾਲ ਦੀ ਅੰਮ੍ਰਿਤ ਗੱਲ ਕਿ ਉਹਨੂੰ ਸਾਰੇ ਮੁਲਕਾਂ 'ਚ ਦੁਨੀਆ ਦੇ 'ਚ ਜਾਣ ਦਾ ਮੌਕਾ ਮਿਲਿਆ, ਉੱਥੇ ਉਹਦਾ ਮਾਣ ਤਾਣ ਵੀ ਹੋਇਆ। 1980 'ਚ ਪਾਕਿਸਤਾਨ ਨੇ ਉਹਨੂੰ ਮਹਾਨ ਖਿਤਾਬ ਦੇਤਾ ਸੀਗਾ, ਫਖਰ ਏ ਪਾਕਿਸਤਾਨ ਦਾ, ਠੀਕ ਹੈ। ਉਸ ਤੋਂ ਇਲਾਵਾ ਉਹ ਜਿੱਥੇ ਗਈ ਆ, ਕੈਨੇਡਾ, ਲੰਡਨ, ਅਮਰੀਕਾ, ਸਾਊਥ ਅਫਰੀਕਾ, ਸਾਰੇ ਕਿਤੇ ਹੀ ਉਹਦਾ ਮਾਣ ਸਨਮਾਨ ਹੁੰਦਾ ਰਿਹਾ। ਇੱਕ ਵਾਰੀ ਲੰਡਨ ਭੇਜਿਆ ਉਹਨੂੰ ਪਾਕਿਸਤਾਨ ਸਰਕਾਰ ਨੇ ਜੀ, ਤੇ ਉੱਥੇ ਰੂਨਾ ਲੈਲਾ ਨੇ ਉਹਨੂੰ ਸੁਣ ਲਿਆ, ਜੀ ਬੰਗਲਾਲੀ ਨੇ ਜੀ, ਤੇ ਰੂਨਾ ਲੈਲਾ ਨੇ ਸੁਣ ਕੇ ਉਹ ਦਮਾਦਮ ਮਸਤ ਕਲੰਦਰ ਗਾਇਆ, ਗੋਰੇ ਨਿਹਾਲ ਹੋ ਗਏ ਜੀ। ਤਾਂ ਉਹ ਸੁਣਨ ਤੋਂ ਬਾਅਦ ਉਹਨੇ ਅਡਾਪਟ ਕੀਤਾ, ਉਹ ਫਿਰ ਉਹ ਗਾਉਂਦੀ ਰਹੀ, ਉਹਨੇ ਉਹਦਾ ਅਡਾਪਟ ਕੀਤਾ। ਬਾਅਦ 'ਚ ਉਹਨੂੰ ਵੇਖ ਕੇ ਸਾਡੇ ਪੰਜਾਬ ਵਾਲੀ ਨੂਰਾਂ, ਸਾਡੀ ਬੀਬੀ ਜਲੰਧਰ ਵਾਲੀ, ਉਹਨੇ ਵੀ ਉਹ ਰੰਗ ਅਪਣਾਇਆ। ਸੋ ਮਤਲਬ ਉੱਥੇ ਲੰਡਨ ਦੇ ਵਿੱਚ ਉਹਨੂੰ ਸੁਣ ਕੇ ਰੂਨਾ ਲੈਲਾ ਜਿਹੜੀ ਪ੍ਰਭਾਵਿਤ ਹੋਈ ਸੀ। ਤੇ ਸਾਡੀ ਬਹੁਤ ਵੱਡੀ ਗਾਇਕਾ ਦਾ ਆਖਰੀ ਸਮਾਂ ਕਿਹੋ ਜਿਹਾ ਰਿਹਾ? ਵੇਖੋ, ਉਹਨੂੰ ਕੁਦਰਤ ਜਿਹੜੀ ਆ ਨਾ, ਪਤਾ ਨਹੀਂ ਕਿੰਨੀ ਕਹਿਰਵਾਨ ਹੈ। ਔਰ ਮੈਨੂੰ ਬੜੇ ਅਫਸੋਸ ਨਾਲ ਦੱਸਣਾ ਪੈਂਦਾ ਕਿ ਉਹਨੂੰ ਕੈਂਸਰ ਨੇ ਘੇਰ ਲਿਆ, ਤੇ ਕੈਂਸਰ ਨੇ ਉਹਨੂੰ ਜਿਹੜਾ ਸੀ ਸਰੀਰ ਉਹਦਾ ਮਧੋਲ ਸੁੱਟਿਆ। ਜਦੋਂ ਫੋਟੋ ਆਈਆਂ ਉਹਨਾਂ ਵੇਲਿਆਂ 'ਚ, ਕੈਂਸਰ ਵੇਲੇ ਦੀਆਂ, ਤੇ ਬੜੀਆਂ ਦਰਦਨਾਕ ਫੋਟੋਆਂ ਸੀ। ਹਸਪੀਟਲ ਦੇ ਵਿੱਚ ਹੀ ਉਹਦਾ ਦੇਹਾਂਤ ਹੋਇਆ। ਜੀ ਦਰਸ਼ਕੋ, ਜ਼ਿੰਦਗੀ ਇੰਝ ਹੀ ਚੱਲਦੀ ਹੈ, ਚਾਹੇ ਉਹ ਕਲਾਕਾਰ ਹੋਵੇ, ਚਾਹੇ ਆਮ ਇਨਸਾਨ। ਬਚਪਨ, ਜਵਾਨੀ, ਕੰਮ, ਮਸ਼ਹੂਰ ਹੋਣਾ, ਫਿਰ ਕਿਸੇ ਨਾ ਕਿਸੇ ਬਿਮਾਰੀ ਵਿੱਚ ਆਉਣਾ ਤੇ ਅੰਤ ਨੂੰ ਫੌਤ ਹੋ ਜਾਣਾ। ਪਰ ਗੱਲ ਇਹ ਆ ਕਿ ਜਿੰਨੀ ਦੇਰ ਤੁਸੀਂ ਜੀਏ, ਤੁਸੀਂ ਕੀ ਕਰਕੇ ਗਏ? ਉਹ 2013 ਨੂੰ ਚਲੇ ਗਏ ਸਾਡੇ ਕੋਲੋਂ, ਪਰ
ਸ਼ਾਇਦ ਉਹ ਕਿਸੇ ਵੀ 13 ਨੂੰ ਨਹੀਂ ਜਾਣਗੇ। ਉਹਨਾਂ ਦੀ ਆਵਾਜ਼ ਸਾਡੇ ਕੋਲ ਇੰਝ ਹੀ ਰਹੇਗੀ ਤੇ ਰੇਸ਼ਮਾ ਗਾਉਂਦੀ ਰਹੇਗੀ। ਅਗਲੀਆਂ ਪੀੜ੍ਹੀਆਂ ਤੇ ਲੋਕ ਉਹਨਾਂ ਨੂੰ ਸੁਣਦੇ ਰਹਿਣਗੇ। ਮਿਲਾਂਗੇ ਅਗਲੇ ਪ੍ਰੋਗਰਾਮ ਵਿੱਚ ਕੁਝ ਹੋਰ ਯਾਦਾਂ ਲੈ ਕੇ, ਕੁਝ ਹੋਰ ਗੱਲਾਂ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।